ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਖੁਸ਼ ਆਮਦੀਦ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਸਰਦਾਰ ਹਮੀਰ ਸਿੰਘ ਜੀ ਔਰ ਸਰਦਾਰ ਜਗਤਾਰ ਸਿੰਘ ਜੀ। ਮੈਂ ਜੀ ਆਇਆ ਆਖਦਾ। ਥੈਂਕ ਯੂ ਜੀ, ਸ਼ੁਕਰੀਆ ਜੀ। ਸਿੱਖਾਂ ਦੇ ਵਿੱਚ ਲੀਡਰਸ਼ਿਪ ਦਾ ਖਲਾ ਬਹੁਤ ਸੰਘਣਾ ਹੋ ਗਿਆ, ਹੁਣ ਇਹ ਖੜਨ ਲੱਗ ਗਿਆ। ਦੁਨੀਆ ਭਰ 'ਚ ਵਸੇ ਸਿੱਖ ਕਿਸੇ ਫੈਸਲਾਕੁੰਨ ਫੈਸਲੇ ਦੀ ਅਣਹੋਂਦ ਵਿੱਚ ਆਪ ਹੁਦਰੇਪਣ ਵੱਲ ਵੱਧ ਜਾਂਦੇ ਆ। ਅਸੀਂ ਅੰਮ੍ਰਿਤਪਾਲ ਦੇ ਵਰਤਾਰੇ ਤੋਂ ਜੇ ਸ਼ੁਰੂ ਹੁੰਨੇ ਆ ਜਾਂ ਉਸ ਤੋਂ ਪਹਿਲਾਂ ਵੀ ਸ਼ੁਰੂ ਹੁੰਨੇ ਆ ਤਾਂ ਕਿਸੇ ਢੁਕਵੀਂ ਅਗਵਾਈ ਦੀ ਅਣਹੋਂਦ ਵਿੱਚ ਆਪ ਮੁਹਾਰਾਪਨ ਵੱਧ ਜਾਂਦਾ ਹੈ ਔਰ ਜਿਹੜਾ ਕਿਸੇ ਵੇਲੇ ਗਲਤ ਦਿਸ਼ਾ ਵੀ ਅਖਤਿਆਰ ਕਰ ਜਾਂਦਾ ਹੈ। ਇਸ ਵੇਲੇ ਦੁਨੀਆ ਭਰ ਦੇ ਵਿੱਚ ਪ੍ਰਦਰਸ਼ਨਾਂ ਦੀ ਗੱਲ ਕਰੀਏ, ਭਾਵੇਂ ਉਹ ਲੰਡਨ ਦੇ ਸਫਾਰਤਖਾਨੇ ਦੀ ਗੱਲ ਹੋਵੇ, ਭਾਵੇਂ ਸਨ ਫਰਾਂਸਿਸਕੋ ਦੀ ਗੱਲ ਹੋਵੇ, ਭਾਵੇਂ ਕੈਨੇਡਾ ਦੇ ਵਰਤਾਰਿਆਂ ਦੀ ਗੱਲ ਹੋਵੇ, ਕਤਲਾਂ ਤੋਂ ਲੈ ਕੇ ਪ੍ਰਦਰਸ਼ਨਾਂ ਤੱਕ ਕਟਹਿਰੇ 'ਚ ਵੀ ਅਸੀਂ ਹੈ ਔਰ ਭੁਗਤ ਭੋਗੀ ਵੀ ਅਸੀਂ ਇੰਜ ਲੱਗ ਰਿਹਾ। ਸੋ ਸਿੱਖ ਮਾਮਲਿਆਂ ਨੂੰ ਐਡਰੈਸ ਕੌਣ ਕਰੂਗਾ ਔਰ ਇਸ ਤਰ੍ਹਾਂ ਦੇ ਖਲਾ 'ਚ ਕਿੰਨੀ ਦੇਰ ਹੋਰ ਸਿੱਖ ਜਿਉਣਗੇ ਜਾਂ ਇਹ ਵਿਚਰਨਗੇ, ਇਹ ਸਭ ਤੋਂ ਵੱਡਾ ਮਾਮਲਾ ਹੈ। ਇਹ ਇਸ ਤਰ੍ਹਾਂ ਦਾ ਹੀ ਮਾਮਲਾ ਦੂਜਾ, ਜਿਹਦਾ ਅਸੀਂ ਸਵੇਰੇ ਵੀ ਜ਼ਿਕਰ ਕੀਤਾ ਸੀਗਾ ਕਿ ਮੋਹਾਲੀ ਦੇ ਵਿੱਚ ਲੱਗਿਆ ਹੋਇਆ ਮੋਰਚਾ, ਉਹਦੇ ਉੱਤੇ ਵੀ ਹੁਣ ਇੱਕ ਨਿਰਣਾਇਕ ਫੈਸਲਾ ਲੈਣ ਦੀ ਲੋੜ ਹੈ ਕਿ ਜਾਂ ਤਾਂ ਉਹ ਮੋਰਚਾ ਲੱਗੇ ਜਾਂ ਕਿਧਰੇ ਉਸ ਮੋਰਚੇ ਦੀ ਆਊਟਪੁੱਟ ਕਿਸੇ ਨੈਗੋਸੀਏਸ਼ਨਸ ਦੇ ਵਿੱਚ ਨਜ਼ਰ ਆਵੇ। ਨਹੀਂ ਤਾਂ ਫਿਰ ਉਹਦੇ ਉੱਤੇ ਇੱਕ ਵਾਰੀ ਮੁੜ ਵਿਚਾਰ, ਮੁੜ ਗੌਰ ਕਰਨ ਦੀ ਲੋੜ ਹੈ ਔਰ ਮੋਰਚੇ ਦੀ ਆਭਾ ਬਣੀ ਰਵੇ ਤੇ ਮੋਰਚਿਆਂ ਦਾ ਸੰਕਲਪ ਮਰ ਨਾ ਜਾਵੇ, ਇਹਦੇ ਉੱਤੇ ਕੰਮ ਕਰਨ ਦੀ ਲੋੜ ਹੈ। ਤੇ ਤੀਜਾ ਮਾਮਲਾ, ਅੱਜ ਪੂਰੇ ਦਿਨ ਕਾਂਗਰਸੀਆਂ ਨੇ ਵੱਖ-ਵੱਖ ਥਾਈਂ ਪ੍ਰਦਰਸ਼ਨ ਕੀਤੇ ਆ। ਰਾਹੁਲ ਗਾਂਧੀ ਦੀ ਰਿਵਿਊ ਪਟੀਸ਼ਨ ਅਹਿਮਦਾਬਾਦ ਹਾਈ ਕੋਰਟ ਦੇ ਵਿੱਚ ਖਾਰਜ ਕਰ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜੇ ਪ੍ਰਦਰਸ਼ਨ ਹੋ ਰਿਹਾ, ਇਹਨੂੰ ਅਸੀਂ ਕਿਸ ਸਾਂਚੇ 'ਚ ਰੱਖ ਕੇ ਮੁਲਾਂਕਣ 'ਚ ਲਿਆਈਏ, ਇਹਨਾਂ ਨੂੰ ਕਿਵੇਂ ਪਰਖੀਏ? ਅਦਾਲਤ ਦਾ ਫੈਸਲਾ, ਲੇਕਿਨ ਪ੍ਰਦਰਸ਼ਨ ਕਿਉਂ? ਕੀ ਅਦਾਲਤ ਦਾ ਫੈਸਲਾ ਜਿਸ ਤਰੀਕੇ ਨਾਲ ਕਾਂਗਰਸੀ ਕ੍ਰਿਟਿਸਾਈਜ਼ ਕਰ ਰਿਹਾ, ਇਹਦੇ ਸਿਆਸੀ ਅਰਥ ਜ਼ਿਆਦਾ ਵੱਡੇ ਨੇ ਔਰ ਕੀ ਇਹਦਾ ਕਾਂਗਰਸ ਨੂੰ ਫਾਇਦਾ ਹੋਣ ਵਾਲਾ? ਮੈਂ ਸਭ ਤੋਂ ਪਹਿਲਾਂ ਸਰਦਾਰ ਹਮੀਰ ਸਿੰਘ ਜੀ ਸਮਝਣਾ ਚਾਹੂੰਗਾ, ਕੱਲ 8 ਤਰੀਕ ਹੈ ਔਰ ਜਿਸ ਤਰ੍ਹਾਂ ਦੇ ਪ੍ਰਦਰਸ਼ਨਾਂ ਦਾ ਜ਼ਿਕਰ ਕੈਨੇਡਾ ਦੇ ਵਿੱਚ ਹੈ ਔਰ ਜਿਸ ਤਰੀਕੇ ਨਾਲ ਟਰੂਡੋ ਦਾ ਬਿਆਨ ਆਉਂਦਾ ਹੈ ਔਰ ਜਿਸ ਤਰੀਕੇ ਨਾਲ ਭਾਰਤ ਸਰਕਾਰ ਰਿਐਕਟ ਕਰ ਰਹੀ ਆ, ਲੀਡਰਸ਼ਿਪ ਕਿੱਥੇ ਆ? ਕੌਣ ਸਿੱਖ ਮਾਮਲਿਆਂ ਨੂੰ ਦੇਖ ਰਿਹਾ? ਕਿੰਨਾ ਲੋਕਾਂ ਦੀ ਅਗਵਾਈ ਦੇ ਵਿੱਚ ਸਭ ਕੁਝ ਹੋ ਰਿਹਾ ਔਰ ਉਹਨਾਂ ਨੂੰ ਮਾਨਤਾ ਕਿਹਨਾਂ ਦੀ ਹੈ? ਕੀ ਕਹਿੰਦੇ ਹੋ? ਅਸਲ ਦੇ ਵਿੱਚ ਜਿਹੜਾ ਇੱਕ ਮਾਮਲਾ ਹੈ ਖਾਲਿਸਤਾਨ ਦੇ ਮੁੱਦੇ ਨੂੰ ਲੈ ਕੇ, ਪਹਿਲਾਂ ਇੱਥੇ ਦੇਸ਼ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਥਰੂ ਅਮਰਤਪਾਲ ਗਾਹੇ ਬਗਾਹੇ ਕਦੇ ਕਦੇ ਦੀਪ ਸਿੱਧੂ ਵੀ ਕਦੇ ਕਦੇ ਗੱਲ ਕਰਦਾ, ਪਰ ਪਰਮਾਨੈਂਟਲੀ ਗੱਲ ਉਹਨੇ ਕਦੇ ਨਹੀਂ ਕੀਤੀ। ਪਰ ਅਮਰਤਪਾਲ ਦੇ ਵਰਤਾਰੇ ਦੇ ਰੂਪ ਦੇ ਵਿੱਚ ਵੀ ਇੱਕ ਵਾਰ ਸਾਹਮਣੇ ਆਈ ਸੀ ਔਰ ਉਦੋਂ ਇੱਕ ਨਵੀਂ ਡਿਬੇਟ ਹੋਈ ਕਿ ਪਤਾ ਨਹੀਂ ਪੰਜਾਬ ਤੇ ਵਿੱਚ ਦੁਬਾਰਾ ਹੁਣ ਇੱਕ ਰਿਵਾਈਵਲ ਹੋ ਰਿਹਾ ਮੂਵਮੈਂਟ ਦਾ ਜਾਂ ਬਾਕੀ ਹੈ। ਔਰ ਉਹ ਦਿਬੜੂਗੜ੍ਹ ਭੇਜਣ ਤੋਂ ਬਾਅਦ ਸਾਰੀਆਂ ਚੀਜ਼ਾਂ ਹੋਣ ਤੋਂ ਬਾਅਦ ਇੱਥੇ ਫਿਰ ਸਾਈਲੈਂਟ ਹੈ। ਫਿਰ ਇੱਕ ਨਵਾਂ ਟ੍ਰੈਂਡ ਸ਼ੁਰੂ ਹੋ ਜਾਂਦਾ ਕਿ ਖਾਲਿਸਤਾਨ ਨਾਲ ਜੁੜੀ ਹੋਈ ਲੀਡਰਸ਼ਿਪ ਜਿਹੜੀ ਆਪੋ ਆਪਣੇ ਥਾਂ ਬੈਠੀ ਹੈ, ਮੇਨ ਸਟ੍ਰੀਮ 'ਚ ਕਿਤੇ ਮੂਵਮੈਂਟ ਹੈ ਨਹੀਂ। ਮੂਵਮੈਂਟ ਦੀ ਜਦੋਂ ਅਣਹੋਂਦ ਦੇ ਵਿੱਚ ਤੁਸੀਂ ਬੈਠਦੇ ਹੋ ਕਿਤੇ ਵੀ, ਤਾਂ ਤੁਸੀਂ ਆਪਣੀ ਅਜੇ ਮਤਲਬ ਜੀਵਨ ਗੁਜ਼ਾਰਾ ਕਰ ਰਹੇ ਹੁੰਦੇ ਹੋ, ਕੋਈ ਤੁਸੀਂ ਬਹੁਤ ਵੱਡੇ ਕੋਈ ਮੂਵਮੈਂਟ ਦੇ ਲੀਡਰ ਨਹੀਂ ਹੁੰਦੇ, ਤੁਹਾਡੀਆਂ ਗੱਲਾਂ ਤੇ ਅਮਲ ਨਹੀਂ ਹੋਇਆ ਹੁੰਦਾ ਜਾਂ ਤੁਹਾਡੀਆਂ ਕਹਿਣੀਆਂ ਤੇ ਅਮਲ ਹੋਣਾ ਹਟ ਜਾਂਦਾ। ਔਰ ਆਪਣੇ ਵੀ ਇੱਥੇ ਜਿੰਨੇ ਵੀ ਬੰਦੇ ਬੈਠੇ ਹੋਏ ਨੇ ਜਿਹੜੇ ਮਿਲੀਟੈਂਟ ਮੂਵਮੈਂਟ ਦੇ ਸਿਰਮਾਰ ਲੀਡਰ ਬੜੇ ਵੱਡੇ ਮੰਨੇ ਜਾਂਦੇ ਨੇ, ਅੱਜ ਕੱਲ ਆਪਣੇ ਸਾਹਮਣੇ ਦਿਖਾਈ ਦੇ ਰਹੇ ਨੇ, ਵੱਖ-ਵੱਖ ਡੈਮੋਕ੍ਰੈਟਿਕ ਸਪੀਅਰ ਦੇ ਵਿੱਚ ਗੱਲ ਕਰਦੇ ਜਾਂ ਉਸ ਤਰੀਕੇ ਦੇ ਨਾਲ ਹੀ। ਤੇ ਪਰ ਉਦੋਂ ਬਾਅਦ ਉਹ ਜਿਹੜੇ ਲੀਡਰ ਵੀ ਬੈਠੇ ਹੋਏ ਸੀ ਜਾਂ ਕਿਤੇ ਕਿਤੇ ਉਹਨਾਂ ਦੇ ਕਤਲਾਂ ਦਾ ਜਿਹੜਾ ਇੱਕ ਦੌਰ ਸ਼ੁਰੂ ਹੁੰਦਾ। 3-4 ਬੰਦੇ, ਮਤਲਬ 3 ਤਾਂ ਡਾਇਰੈਕਟ ਕਤਲ ਦੇ ਕੇਸ ਨੇ, ਇੱਕ ਹਸਪਤਾਲ ਦੇ ਵਿੱਚ ਜਿਹਦੀ ਡੈਥ ਹੋ ਜਾਂਦੀ ਹੈ, ਉਹ ਇੱਕ ਪ੍ਰਚਾਰ ਜਿਹੜਾ ਉਸ ਲੈਵਲ ਤੇ ਚੱਲਦਾ। ਉਹਦੇ ਨਾਲ ਜੋੜ ਕੇ ਫਿਰ ਇੱਕ ਮੁਜ਼ਾਹਰੇ ਜਾਂ ਬਾਕੀ ਦੀਆਂ ਚੀਜ਼ਾਂ ਹੁੰਦੀਆਂ ਨੇ ਤੇ ਉਹਦੇ ਨਾਲ ਜੋੜ ਕੇ ਰੈਫਰੈਂਡਮ ਦਾ ਕੁਐਸਚਨ ਵੀ ਫਿਰ ਦੁਬਾਰਾ ਰਿਵਾਈਵ ਹੁੰਦਾ। ਤਾਂ ਇੱਕ ਕੁਐਸਚਨ ਤਾਂ ਇਹ ਹੈ ਕਿ ਜਿਹੜੇ ਉਹ ਰਿਐਕਸ਼ਨ ਹੋ ਰਹੇ ਨੇ ਉੱਥੇ, ਉਹ ਸੁਭਾਵਿਕ ਰਿਐਕਸ਼ਨ ਵੀ ਹੋ ਸਕਦੇ ਨੇ, ਪਰ ਨਾਲ ਦੀ ਨਾਲ ਕੋਈ ਐਲੀਮੈਂਟ ਇਹੋ ਜਿਹਾ ਵੀ ਹੋ ਸਕਦਾ ਜਿਹੜਾ ਇਹ ਕਹਿੰਦਾ ਕਿ ਬਾਹਰ ਵੀ ਅਗਜਨੀ ਦਾ ਮਾਹੌਲ ਸ਼ੁਰੂ ਕਰੋ। ਡੈਮੋਕ੍ਰੈਟਿਕ ਕੰਟਰੀਜ਼ ਦੇ ਵਿੱਚ ਜਿੱਥੇ ਬਹੁਤ ਜ਼ਿਆਦਾ ਫਰੀडम ਆਫ ਐਕਸਪ੍ਰੈਸ਼ਨ ਦੀ ਕਦਰ ਕੀਤੀ ਜਾਂਦੀ ਹੈ, ਜਿੱਥੇ ਉਹਨਾਂ ਦੇ ਸੰਵਿਧਾਨ ਆਪਣੇ ਹੀ ਖਿਲਾਫ ਬੋਲਣ ਦੀ ਇਜਾਜ਼ਤ ਦਿੰਦੇ ਨੇ, ਜਿੱਥੇ ਗਵਰਨਮੈਂਟਾਂ ਦੇ ਖਿਲਾਫ ਤਾਂ ਜਿੱਥੇ ਮਰਜ਼ੀ ਬੋਲਦੇ ਹੋ, ਕੋਈ ਪ੍ਰੋਬਲਮ ਹੀ ਨਹੀਂ ਹੈ ਜਿੱਥੇ, ਪਰ ਉਹ ਹਿੰਸਕ ਗਤੀਵਿਧੀਆਂ ਦੇ ਪ੍ਰਤੀ ਸਖਤ ਵੀ ਨੇ ਜਿਹੜੀਆਂ। ਔਰ ਇਸ ਗੱਲ ਕਰਕੇ ਕਿਤੇ ਮਤਲਬ ਕੌਂਸਲੇਟ ਜਨਰਲ ਤੇ ਤੁਸੀਂ ਅੱਗ ਲਾਉਣ ਦੀ ਇਮਾਰਤ ਨੂੰ ਕਦੇ ਕਿਤੇ ਕਰੋ ਕਦੇ ਕਿਤੇ ਕਰੋ, ਤਾਂ ਉਹਦੇ ਚੋਂ ਇੱਕ ਚੀਜ਼ਾਂ ਮਤਲਬ ਵਿਚਰਦੀਆਂ ਨੇ ਉਸ ਲੈਵਲ ਤੇ। ਤਾਂ ਗਵਰਨਮੈਂਟ ਆਫ ਇੰਡੀਆ ਇੱਕ ਇਲਜ਼ਾਮ ਲਾਉਂਦੀ ਹੈ ਕੈਨੇਡਾ ਦੀ ਸਰਕਾਰ ਤੇ, ਮੰਨ ਲਓ ਕਿ ਤੁਸੀਂ ਮਤਲਬ ਜਿਹੜਾ ਟੈਰਰਿਜ਼ਮ ਦਾ ਦੌਰ ਹੈ ਜਾਂ ਜਿਹੜਾ ਖਾਸ ਤੌਰ ਤੇ ਖਾਲਿਸਤਾਨੀ
ਸਾਈਡ ਹੈ ਇਹਦੇ ਪ੍ਰਤੀ ਨਰਮ ਗੋਸਾ ਰੱਖਦੇ ਹੋ ਤੇ ਇਹਦੇ ਪ੍ਰਤੀ ਸਖਤੀ ਨਾਲ ਪੇਸ਼ ਨਹੀਂ ਆਉਂਦੇ। ਤਾਂ ਜਦੋਂ ਜਸਟਿਨ ਟਰੂਡੋ ਕਹਿੰਦੇ ਨੇ ਕਿ ਸਾਡਾ ਇੱਕ ਆਪਣਾ ਕੰਟਰੀ ਹੈ, ਅਸੀਂ ਡਾਇਵਰਸ ਕੰਟਰੀ ਆ, ਸਾਨੂੰ ਪਤਾ ਕਿਵੇਂ ਹੈ ਫਰੀडम ਆਫ ਐਕਸਪ੍ਰੈਸ਼ਨ ਦੀ ਸਾਡੇ ਕਿੰਨੀ ਕਦਰ ਹੈ ਔਰ ਅਸੀਂ ਕਿੰਨੀ ਕਿਸ ਹੱਦ ਤੱਕ ਦੇਣੀ ਆ, ਪਰ ਅਸੀਂ ਹਿੰਸਾ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ, ਸਾਡਾ ਆਪਣਾ ਇੱਕ ਤੌਰ ਤਰੀਕਾ ਹੈ, ਆਪਣੇ ਤਰੀਕੇ ਨਾਲ ਅਸੀਂ ਨਜਿੱਠਣਾ ਜਾਣਦੇ ਹਾਂ ਚੀਜ਼ਾਂ ਨੂੰ, ਉਹ ਆਪਣਾ ਇੱਕ ਸਿਸਟਮ ਜਿਹੜਾ ਬਣਿਆ ਹੋਇਆ। ਇਸੇ ਚੋਂ ਹੀ ਹੁਣ ਆ ਜਿਹੜੇ ਸਾਰੇ ਚੀਜ਼ਾਂ ਨਿਕਲਦੀਆਂ ਨੇ, ਮਤਲਬ ਜਿਹੜੀਆਂ ਲੀਡਰਲੈਸ ਚੀਜ਼ਾਂ ਹੁੰਦੀਆਂ ਨੇ ਆਮ ਤੌਰ ਤੇ ਕਈ ਵਾਰ ਹੁੰਦੀਆਂ ਨੇ, ਲੀਡਰ ਨਹੀਂ ਨਜ਼ਰ ਆਉਂਦਾ, ਬੰਦੇ ਬਣ ਰਹੇ ਨੇ, ਰਿਐਕਸ਼ਨ ਤਾਂ ਹੋਣਾ ਸੁਭਾਵਿਕ ਹੈ। ਇਹਦੇ ਪਿੱਛੇ ਕੌਣ ਹੈ, ਕੋਈ ਜਾਂਚ ਨਹੀਂ, ਜਾਂ ਤਾਂ ਕੋਈ ਜਾਂਚ ਹੋਣੀ ਚਾਹੀਦੀ ਹੈ ਇਹਦੀ ਓਵਰਆਲ, ਕੋਈ ਇੰਟਰਨੈਸ਼ਨਲ ਜਾਂ ਵੀ ਇਹ ਟ੍ਰੈਂਡ ਕਿਉਂ ਹੈ ਇਹੋ ਜਿਹੇ ਕਤਲਾਂ ਦਾ, ਇਹਦੇ ਪਿੱਛੇ ਰੀਜਨ ਕੀ ਹੈ, ਕੀ ਕੌਣ ਕਰਾ ਰਿਹਾ ਕੌਣ ਨਹੀਂ, ਰਿਐਕਸ਼ਨ ਹੋਣਾ। ਪਰ ਰਿਐਕਸ਼ਨ ਜਿਹੜੇ ਲੋਕ ਹਿੰਸਕ ਰੂਪ ਚ ਕਰਦੇ ਨੇ ਉਹਨਾਂ ਹੀ ਦੇਸ਼ਾਂ ਚ ਜਿੱਥੇ ਤੁਸੀਂ ਸ਼ਰਨ ਵੀ ਲਈ ਹੋਈ ਹੈ, ਜਿੱਥੇ ਤੁਸੀਂ ਬਾਕੀ ਵੀ ਕਰਦੇ ਹੋ, ਤਾਂ ਇਹਦੇ ਨਾਲ ਇੱਕ ਇਮੇਜ ਖਰਾਬੀ ਦਾ ਨਜ਼ਰ ਆਉਂਦਾ ਕਿ ਕਿਤੇ ਨਾ ਕਿਤੇ ਉਹਦੇ ਚ ਅੰਦਰ ਇਨਬਿਲਟ ਨਜ਼ਰ ਆਉਂਦਾ ਕਿ ਤੁਸੀਂ ਜਿਹੜੀ ਛਵੀ ਜਿਹੜੀ ਹੈ ਨਾਰਮਲੀ ਦੁਨੀਆ ਭਰ ਦੇ ਵਿੱਚ ਸਿੱਖਾਂ ਦੀ ਛਵੀ ਚੰਗੇ ਨਾਗਰਿਕ, ਮਿਹਨਤੀ ਦੇ ਤੌਰ ਤੇ, ਚੀਜ਼ਾਂ ਚ ਵਿਚਰਨ ਦੇ ਤੌਰ ਤੇ, ਉੱਥੇ ਉਹਨਾਂ ਦਾ ਪੋਲੀਟੀਕਲ ਸਟੇਟਸ ਵੀ ਜੋ ਬਣਿਆ ਹੋਇਆ ਸਭ ਦੇ ਸਾਹਮਣੇ ਹੈ, ਵੱਖ-ਵੱਖ ਥਾਵਾਂ ਤੇ ਵੀ ਜੋ ਇਮੇਜ ਹੈ ਉਹ ਦਿਖਾਈ ਦੇ ਰਿਹਾ ਉਸ ਪੱਧਰ ਦੇ ਉੱਤੇ। ਪਰ ਜਿਹੜਾ ਇਹੋ ਜਿਹਾ ਜਦੋਂ ਵਾਪਰਦਾ ਵਰਤਾਰਾ ਤਾਂ ਲਾਜ਼ਮੀ ਹੈ ਕਿ ਉਹਦੇ ਨਾਲ ਤੁਹਾਡੀ ਛਵੀ ਤੇ ਅਸਰ ਪੈਂਦਾ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਤਾਂ ਉਹ ਕਿਹੜਾ ਐਲੀਮੈਂਟ ਕਿਹੋ ਜਿਹਾ, ਕੀ ਇਸ ਤਰੀਕੇ ਦਾ ਜਿਹੜਾ ਦੌਰ ਤਰੀਕਾ ਹੈ ਉਹਨੂੰ ਬੈਟਰ ਢੰਗ ਨਾਲ ਲੈਣਾ ਚਾਹੀਦਾ। ਪਹਿਲੀ ਗੱਲ ਤਾਂ ਇਹੀ ਹੈ ਕਿ ਚਾਹੇ ਗਵਰਨਮੈਂਟ ਆਫ ਇੰਡੀਆ ਕਹਿੰਦੀ ਹੈ, ਜੇ ਇਹਦੇ ਕੋਲ ਕੋਈ ਚਾਰਾ ਹੈ ਇਹਦੀ ਜਾਂਚ ਕਰਾ ਲਓ ਕਿ ਟ੍ਰੈਂਡ ਕਿਉਂ ਹੈ ਫਿਰ ਇਹ ਕਤਲਾਂ ਦਾ, ਜਿੱਥੇ ਜੋ ਲੁੜ ਜੁੜੇ ਹੁੰਦੇ ਨੇ ਤਾਂ ਮਾਮਲਾ, ਜਾਂ ਅੱਗੇ ਤੁਸੀਂ ਇੰਟਰਪੋਲ ਜਾਂ ਫਲਾਣੇ ਜੋ ਵੀ ਤੁਹਾਡੇ ਕੋਲ ਜਸਟਿਸ ਦਾ ਇੰਟਰਨੈਸ਼ਨਲ ਸਿਸਟਮ ਹੈ ਕੁਝ ਕਰੋ ਤੇ ਉਹਦਾ ਲੋਕਾਂ ਦੇ ਸਾਹਮਣੇ ਕੋਈ ਮਤਲਬ ਫੈਕਟ ਫਿਗਰ ਆਉਣੇ ਤਾਂ ਚਾਹੀਦੇ ਨੇ ਕਿ ਆਹ ਟ੍ਰੈਂਡ ਹੈ ਜੀ, ਇਹਦੇ ਤੇ ਕੋਈ ਰਿਐਕਟ ਕਰਨ ਦੀ ਲੋੜ ਨਹੀਂ, ਜਾਂ ਰਿਐਕਟ ਕਰਨ ਦੀ ਲੋੜ ਹੈ ਉਸ ਤੋਂ ਬਾਅਦ ਪਤਾ ਲੱਗੂਗਾ। ਦੂਜਾ ਜਿਹੜੇ ਸਿੱਖ ਭਾਈਚਾਰਾ ਰਿਐਕਟ ਕਰ ਰਿਹਾ, ਉਹਨਾਂ ਦੇ ਇੱਕ ਸੈਕਸ਼ਨ ਰਿਐਕਟ ਕਰ ਰਿਹਾ ਜਿਸ ਤਰੀਕੇ ਦੇ ਨਾਲ ਹਿੰਸਕ, ਉਹਨੂੰ ਵੀ ਦੇਖਣਾ ਪਏਗਾ, ਅੰਤਰਝਾਤੀ ਮਾਰਨੀ ਪਏਗੀ। ਤੇ ਤੀਜਾ ਇਹਦੇ ਨਾਲ ਦੀ ਨਾਲ ਇਹ ਹੈ ਕਿ ਦੁਨੀਆ ਦੀਆਂ ਮੂਵਮੈਂਟਾਂ ਇਹ ਗੱਲ ਦਰਸਾਉਂਦੀਆਂ ਨੇ, ਔਰ ਹਿੰਸਕ ਮੂਵਮੈਂਟਾਂ ਪਹਿਲਾਂ ਲੜਕੇ ਦੇਖਿਆ, ਖਾਲਿਸਤਾਨ ਦੀ ਮੂਵਮੈਂਟ ਖਾਸ ਤੌਰ ਤੇ ਸੈਕੰਡ ਵਰਲਡ ਵਾਰ ਤੋਂ ਬਾਅਦ ਕੋਈ ਵੀ ਆਰਮਡ ਸਟਰਗਲ ਤੇ ਹਿੰਸਕ ਮੂਵਮੈਂਟ ਸਕਸੈਸਫੁਲ ਨਹੀਂ ਹੋਈ ਪੂਰੀ ਦੁਨੀਆ ਦੇ ਵਿੱਚ। ਕੱਲਾ ਸਾਡਾ ਤਾਂ ਛੱਡੋ, ਪੂਰੀ ਦੁਨੀਆ 'ਚ ਸਾਡੇ ਕੋਲ ਆਇਰਿਸ਼ ਰਿਪਬਲਿਕਨ ਆਰਮੀ ਸੀ ਜਿਹਨੇ ਕਹਿ ਕੇ ਸਰੈਂਡਰ ਕਰਤਾ ਕਿ ਅੱਗੇ ਤੋਂ ਅਸੀਂ ਡੈਮੋਕ੍ਰੈਟਿਕ ਸਟਰਗਲ ਲਾਂਗੇ, ਲਿਟੇ ਕਿਵੇਂ ਮਾਰੇ ਗਏ ਕਾਰਡਨ ਕਰਕੇ ਸਾਡੇ ਸਾਹਮਣੇ, ਦੁਨੀਆ ਦੇ ਸਾਹਮਣੇ ਜੱਗ ਜਾ ਰਿਹਾ, ਜਿਹਦੇ ਕੋਲ ਪੈਰਲਲ ਮਿਲਟਰੀ ਤੇ ਪੈਰਲਲ ਸਟੇਟ ਤੇ ਪੈਰਲਲ ਸੈਟਅਪ ਸੀ, ਸਾਰਾ ਕੁਝ ਦਿਖਾਈ ਦੇ ਰਿਹਾ ਸੀ। ਲੀਡਰਲੈਸ ਅਰਬ ਸਪਰਿੰਗ ਜਿਹੜਾ ਸੋ ਕਾਲਡ ਸੋਸ਼ਲ ਮੀਡੀਆ ਤੇ ਰਾਹੀ ਇੱਕ ਹੁੰਦਾ ਨਾ ਕਿ ਜੀ ਆ ਗਿਆ ਜੀ ਤੂਫਾਨ, ਤਾਂ ਪਤਾ ਨਹੀਂ ਕੀ ਹੋ ਜਾਊਗਾ, ਉਹ ਲੀਡਰ ਦੇ ਨਾਲ ਹੈ ਮਰ ਜਾਂਦਾ ਕਿਤੇ ਨਾ ਕਿਤੇ, ਜਾਂ ਮੂਵਮੈਂਟ ਦੇ। ਅਰਬ ਸਪਰਿੰਗ ਦੇ ਵਿੱਚ ਇਹ ਸੀ ਕਿ ਰਾਜਾ ਲਿਆ ਹੀ ਲਿਆ ਤੇ ਉਹ ਕਿਸੇ ਹੋਰ ਦੇ ਹੱਥਾਂ 'ਚ ਹੀ ਖੇਡ ਕੇ ਪਤਾ ਹੀ ਨਹੀਂ ਲੱਗਿਆ, ਆਪਣੇ ਢੰਗ ਨਾਲ ਤਾਨਾਸ਼ਾਹੀ ਰਾਜੇ ਦੁਬਾਰਾ ਬਹਾਲ ਕਰ ਲਏ ਤੇ ਉੱਥੇ ਬੈਠੇ ਹੋਏ ਨੇ। ਆਕੂਪਾਈ ਵਾਲ ਸਟਰੀਟ ਦਾ ਐਡੀ ਵੱਡਾ ਫੈਨੋਮੇਨਾ ਦੁਨੀਆ ਦੇ ਵਿੱਚ ਚੱਲਿਆ ਵਰਦ ਵੀ ਲੈ ਜੀ, ਹੁਣ ਦੁਨੀਆ ਦੇ ਪਤਾ ਨਹੀਂ ਕਾਰਪੋਰੇਟ ਸਿਸਟਮ ਦਾ ਹੀ ਪਤਾ ਨਹੀਂ ਕੀ ਬਣ ਜਾਣਾ, ਐਡਾ ਵੱਡਾ ਹੋ ਗਿਆ ਉਹ ਤਾਂ ਹੁਣ ਮੂਵਮੈਂਟ, ਕਿਉਂਕਿ ਲੀਡਰ ਕੋਈ ਨਹੀਂ ਆ, ਪਤਾ ਕੋਈ ਨਹੀਂ ਉਹਨੂੰ ਲਿਜਾਣਾ ਕਿੱਧਰ ਹੈ, ਕੋਈ ਏਜੰਡਾ ਕੀ ਹੈ, ਉਹਦਾ ਵਿਰੋਧ ਕਰਕੇ ਤਾਂ ਲਿਜਾਣਾ ਕਿੱਥੇ ਹੈ। ਤੁਹਾਡੇ ਕੋਲ ਅਲਟਰਨੇਟਿਵ ਕੁਝ ਦਿਓਗੇ, ਕੋਈ ਰੋਡ ਮੈਪ ਦਿਓਗੇ ਜਿਹਦੇ ਸਹਾਰੇ ਲੋਕ ਤੁਰਨਗੇ, ਫਿਰ ਕੋਈ ਆਰਗੇਨਾਈਜ਼ਡ ਸ਼ੇਪ ਮਿਲੂਗੀ ਉਹਨੂੰ, ਤਾਂ ਜਾ ਕੇ ਕਿਤੇ ਨਾ ਕਿਤੇ ਕੋਈ ਗੱਲ ਸਿਰੇ ਤੜ ਪੱਤਣ ਲੱਗਦੀ ਹੁੰਦੀ ਹੈ। ਨਹੀਂ, ਮੇਰਾ ਖਿਆਲ ਹੈ ਇਹ ਜਿਹੜਾ ਮਾਹੌਲ ਸਿਰਜਿਆ ਜਾ ਰਿਹਾ ਇਹਦੇ ਪਿੱਛੇ ਕਿਸੇ ਵੱਡੀ ਗਹਿਰੀ ਸਾਜ਼ਿਸ਼ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਆਪ ਮੁਹਾਰੇ ਵਾਪਰ ਰਹੀਆਂ ਘਟਨਾਵਾਂ ਨਹੀਂ ਹੈ, ਕਿਤੇ ਨਾ ਕਿਤੇ ਕੋਈ ਗੱਲਾਂ, ਕੋਈ ਚੇਨ, ਕੋਈ ਹੋਰ ਜੁੜ ਸਕਦੀ ਹੈ। ਜਿਹੜੇ ਜਦੋਂ ਕੋਈ ਚੀਜ਼ ਟ੍ਰੈਂਡ ਬਣ ਜਾਂਦੀ ਹੈ ਤਾਂ ਉਹਨੂੰ ਉਸ ਢੰਗ ਨਾਲ ਦੇਖਣਾ ਚਾਹੀਦਾ। ਜੇ ਕੋਈ ਇੱਕਾ ਦੁੱਕਾ ਗੱਲ ਹੋਵੇ ਤਾਂ ਕੋਈ ਬੜੀ ਗੱਲ ਨਹੀਂ ਹੁੰਦੀ, ਉਹ ਇਤਫਾਕਨ ਵੀ ਹੋ ਜਾਂਦੀਆਂ ਨੇ, ਬਹੁਤ ਚੀਜ਼ਾਂ ਉਸ ਤਰੀਕੇ ਦੇ ਨਾਲ ਵੀ ਹੋ ਜਾਂਦੀਆਂ ਨੇ ਕਿਸੇ ਨਾ ਕਿਸੇ ਰੂਪ 'ਚ। ਇਸ ਕਰਕੇ ਮੈਨੂੰ ਲੱਗਦਾ ਕਿ ਉਸ ਚੌਤਰਫਾ ਇਹਨੂੰ ਆਲ ਸਾਈਡਡ ਦੇਖਣ ਦਾ ਸਵਾਲ ਹੈ ਜਿਹੜਾ ਇਹ ਵਰਤਾਰਾ ਵਾਪਰ ਰਿਹਾ। ਸਰਦਾਰ ਜਗਤਾਰ ਸਿੰਘ ਜੀ, ਗਲਤ ਕੀ ਆ, ਠੀਕ ਕੀ ਆ, ਇਸ ਸਿੱਟੇ ਤੇ ਕਿਵੇਂ ਕੋਈ ਪਹੁੰਚੇ? ਮੈਂ ਦੋ ਤਿੰਨ ਗੱਲਾਂ ਤੇ ਫੋਕਸ ਕਰੂੰਗਾ। ਪਹਿਲੀ ਗੱਲ, ਰੈਡੀਕਲ ਲੀਡਰਸ਼ਿਪ ਦੀ ਕਦੇ ਵੀ ਸੈਂਟਰਲਾਈਜ਼ਡ ਕੋਈ ਕਮਾਂਡ ਨਹੀਂ ਸੀਗੀ, ਇਹ ਡਿਫਰੈਂਟ ਗਰੁੱਪ ਸੀਗੇ ਤੇ ਸਮੇਂ-ਸਮੇਂ ਤੇ ਕਿਹੜਾ ਗਰੁੱਪ ਕਿਵੇਂ ਡੋਮੀਨੇਟ ਕਰਦਾ ਇਹ ਆਪਣੇ ਹੋਰ ਢੰਗ ਨਾਲ ਇਹਦੀ ਜਿਹੜੀ ਸੀ ਮਾਸ ਸਪੋਰਟ ਰਿਫਲੈਕਟ ਹੁੰਦੀ ਸੀ। ਪੰਜਾਬ ਵਿੱਚ ਲੋਕ ਕਿਤੇ ਬੰਦ ਹੁੰਦਾ ਸੀਗਾ ਤੇ ਕੰਪਲੀਟ ਹੁੰਦਾ ਸੀਗਾ, ਕਿਤੇ ਚਿੜੀ ਨਹੀਂ ਸੀ ਫੜਕਦੀ। 1992 ਦਾ ਲੋਕ ਆਪਣੇ ਅਸੈਂਬਲੀ ਬਾਈਕਾਟ ਟੋਟਲ ਆਲਮੋਸਟ, ਉਹ ਰਿਫਲੈਕਸ਼ਨ ਸੀ ਮਾਸ ਸਪੋਰਟ ਦੀ ਆਪਣੇ ਢੰਗ ਦੇ ਨਾਲ। ਵਾਇਲੈਂਟ ਮੂਵਮੈਂਟ ਪੰਜਾਬ ਦੇ ਵਿੱਚ ਤਾਂ ਕਾਮਯਾਬ ਹੋ ਹੀ ਨਹੀਂ ਸਕਦੀ, ਤਾਂ ਪਲੇਨ ਹੈ ਵੈਸੇ ਇੰਨੀ ਦੇਰ ਮੂਵਮੈਂਟ ਚੱਲ ਜਾਏ, ਮੇਰੇ ਖਿਆਲ 'ਚ ਇਹ ਆਪਣੇ ਆਪ ਵਿੱਚ ਬੜੀ ਵੱਡੀ ਗੱਲ ਸੀ, ਜਿੱਥੇ ਕੋਈ ਛਪਣ ਦੀ ਥਾਂ ਹੀ ਨਹੀਂ ਹੈ। ਸਿਰ
ਸੌਣ ਦੀ ਥਾਂ ਹੀ ਨਹੀਂ, ਕਮਾਦਾਂ ਜਾ ਕੇ ਤਾਂ ਰਾਤ ਨੂੰ ਲੋਕ ਸੌਂਦੇ ਸੀਗੇ। ਸੋ ਉਸ ਸਟੇਟ ਦੇ ਵਿੱਚ ਐਡੀ ਵੱਡੀ ਆਬਸਟਕਲ ਚੱਲ ਜਾਏ ਜਿਹਦੇ ਵਿੱਚ ਟੋਟਲ ਆਲਮੋਸਟ 35-40 ਹਜ਼ਾਰ ਬੰਦਾ ਮਰ ਜਾਏ, ਇਹ ਬੜੀ ਅਜੀਬ ਫਿਨਾਮਨਾ ਜਿਹੜਾ ਹੁਣ ਤੱਕ ਪ੍ਰੋਪਰਲੀ ਸਟੱਡੀ ਨਹੀਂ ਕੀਤਾ ਗਿਆ। ਇਸ ਵੇਲੇ ਜੋ ਕੁਛ ਗਲੋਬਲ ਲੈਵਲ ਤੇ ਹੋ ਰਿਹਾ, ਮੈਂ ਲੇਟੈਸਟ ਲਊਗਾ ਜੋ ਕੁਛ ਸੈਨ ਫਰਾਂਸਿਸਕੋ 'ਚ ਹੋਇਆ, ਕੌਂਸਲੇਟ ਨੂੰ ਅੱਗ ਲਾਈ ਗਈ, ਬਹੁਤ ਮਾੜੀ ਗੱਲ ਹੈ, ਕੰਡੈਮ ਹੋਣਾ ਚਾਹੀਦਾ, ਹਰ ਸੈਕਸ਼ਨ ਨੇ ਕੰਡੈਮ ਕੀਤਾ ਹੈ, ਮੇਰੇ ਖਿਆਲ 'ਚ ਉੱਥੇ ਵੀ ਸ਼ਾਇਦ ਕੰਡੈਮ ਹੋਇਆ ਹੋਵੇ। ਲੇਕਿਨ ਇਹ ਸਿਰਫ ਕਹਿ ਦੇਣਾ ਵੀ ਇਹ ਖਾਲਿਸਤਾਨੀਆਂ ਦੀ ਕਾਰਵਾਈ ਹੈ, ਇਹ ਕਾਫੀ ਨਹੀਂ ਹੈ। ਕਿਹੜੇ ਖਾਲਿਸਤਾਨੀ? ਬੜੇ ਗਰੁੱਪ ਹੈਗੇ ਆ। ਇਹ ਤਾਂ ਘੱਟੋ ਘੱਟ ਪਤਾ ਲੱਗੇ ਵੀ ਇਹ ਜਿਹੜੇ ਬੰਦੇ ਜਿਨ੍ਹਾਂ ਨੇ ਉੱਥੇ ਅਟੈਕ ਕੀਤਾ ਕੌਂਸਲੇਟ ਤੇ, ਇਹਨਾਂ ਦੀ ਬੈਕਗਰਾਉਂਡ ਕੀ ਹੈ, ਕਿਹਦੇ ਨਾਲ ਸੰਬੰਧਿਤ ਹੈ, ਕਿਹਨੇ ਭੇਜੇ ਉੱਥੇ। ਇੱਕ ਪੰਨੂ ਦਾ ਨਾਂ ਹਰ ਗੱਲ ਤੇ ਲੈ ਲਿਆ ਜਾਂਦਾ ਹੈ। ਇਹ ਵੀ ਬੜੀ ਅਜੀਬ ਜਿਹਾ ਫਨਾਮਨਾ ਹੈ। ਜੇ ਤੁਸੀਂ ਉੱਥੇ ਜਿਹੜੇ ਪੁਰਾਣੇ ਲੀਡਰ ਬੈਠੇ ਹੋਏ ਹੈ, ਜੇ ਉਹਨਾਂ ਤੋਂ ਫੀਡਬੈਕ ਲਓ ਤੇ ਉਹ ਸ਼ਾਇਦ ਕੁਝ ਹੋਰ ਆਵੇ। ਬੜੇ ਪੁਰਾਣੇ ਜਿਹੜੇ ਇੱਥੋਂ ਮਾਈਗ੍ਰੇਟ ਕਰਕੇ ਗਏ ਸੀ ਲੋਕ, ਉੱਥੇ ਆਰਾਮ ਨਾਲ ਬੈਠੇ ਹੋਏ, ਕੋਈ ਐਕਟੀਵਿਟੀ ਨਹੀਂ ਉਹਨਾਂ ਦੀ, ਉਹਨਾਂ ਨੂੰ ਪਤਾ ਵੀ ਕੀ ਹੋ ਰਿਹਾ ਆਲਮੋਸਟ। ਸੋ ਉਹਨਾਂ ਦਾ ਜਿਹੜਾ ਵਿਊ ਪੁਆਇੰਟ ਹੈ, ਮੈਂ ਇਸ ਵੇਲੇ ਉਹ ਡਿਸਕਸ ਨਹੀਂ ਕਰ ਰਿਹਾ, ਉਹ ਡਿਫਰੈਂਟ ਹੈਗਾ। ਟੋਰਾਂਟੋ ਸਟਾਰ ਨੇ 4 ਦਿਨ ਪਹਿਲਾਂ ਇਹ ਖਬਰ ਛਾਪੀ ਸੀ, ਉਹਨਾਂ ਨੇ ਐਨਾਲਾਈਜ਼ ਕੀਤੀ ਇਹ ਖਬਰ। ਮਈ ਦੇ ਵਿੱਚ ਇੱਕ ਖਬਰ ਕੈਨੇਡਾ ਤੋਂ ਰਿਲੀਜ਼ ਹੁੰਦੀ ਹੈ ਕਿ ਜੀ ਇੱਥੇ ਇੱਕ ਸੈਮੀਨਾਰ ਹੋਇਆ, ਕਿਸੇ ਬੋਡੀ ਨੇ ਕੀਤਾ ਤੇ ਉਹਦੇ 'ਚ ਫਲਾਣੇ ਸਪੀਕਰ ਬੋਲੇ। ਉਹਨਾਂ ਨੇ ਫਿਰ ਉਹ ਸਾਰਾ ਟਰੇਸ ਕੀਤਾ ਵੀ ਸੈਮੀਨਾਰ ਇਸ ਥਾਂ ਤੇ ਹੋਇਆ ਸੀ ਕਿ ਨਹੀਂ। ਉਹ ਕਹਿੰਦੇ ਕੋਈ ਸੈਮੀਨਾਰ ਹੋਇਆ ਹੀ ਨਹੀਂ। ਇੰਡੀਅਨ ਨਿਊਜ਼ ਏਜੰਸੀ ਨੇ ਖਬਰ ਬ੍ਰੇਕ ਕੀਤੀ, ਉਹ ਸਾਰੇ ਛਪੀ ਉਧਰ। ਬਈ ਉਹ ਖਬਰ ਪਲਾਂਟ ਕਰਾਉਣ ਦੇ ਪਿੱਛੇ ਕੌਣ ਲੋਕ ਸੀਗੇ। ਇੱਕ ਟੋਟਲੀ ਬੇਸਲੈਸ ਖਬਰਾਂ ਜਦੋਂ ਪਲਾਂਟ ਹੁੰਦੀਆਂ ਹੈ ਤੇ ਨੈਚੁਰਲੀ ਸ਼ੱਕ ਜਾਂਦਾ ਹੈ। ਅਸੀਂ ਇੱਕ ਸਾਈਡ ਨਾ ਦੇਖੀਏ, ਸਾਰੀ ਸਾਈਡ ਦੋਵੇਂ ਪਾਸੇ ਦੇਖੀਏ ਵੀ ਅਸਲੀ ਫਨਾਮਨਾ ਹੈ ਕੀ। ਇੱਕ ਤੁਸੀਂ ਗੱਲ ਕੀਤੀ ਪਹਿਲਾਂ ਲੀਡਰਸ਼ਿਪ ਦੀ ਵੈਕਿਊਮ ਦੀ। ਪਹਿਲਾਂ ਕਿਸੇ ਵੇਲੇ, ਜਿਵੇਂ ਮੈਂ ਪਹਿਲਾਂ ਕਿਹਾ, ਆਪਣੇ ਰੈਡੀਕਲ ਡੋਮੇਨ ਦੀ ਲੀਡਰਸ਼ਿਪ ਕਦੇ ਵੀ ਸੈਂਟਰਲਾਈਜ਼ ਨਹੀਂ ਸੀਗੀ। ਸਿੱਖ ਡੋਮੇਨ ਦੀ ਲੀਡਰਸ਼ਿਪ ਕਿਸੇ ਕੋਲੇ, ਅਕਾਲੀ ਦਲ ਕੋਲੇ ਸੀ। ਅਕਾਲੀ ਦਲ ਤੇ ਐਸਡੀਪੀ ਦੀ ਸ਼ੇਅਰ ਕਰਦੇ ਸੀਗੇ। ਦੋਵਾਂ ਕੋਲੇ ਉਹ ਹੁਣ ਪੋਜੀਸ਼ਨ ਹੈ ਨਹੀਂ ਗੀ, ਉਹ ਸਪੇਸ ਖਾਲੀ ਪਈ ਹੈ। ਉਸ ਖਾਲੀ ਸਪੇਸ ਹੋਣ ਕਰਕੇ ਜਿਹੜੀ ਮੋਡਰੇਟ ਪੋਲਿਟਿਕਸ ਦੀ ਸਪੇਸ ਖਾਲੀ ਪਈ ਹੈ ਇਸ ਵੇਲੇ, ਉਹਦੇ ਕਰਕੇ ਜਿਹੜੀ ਰੈਡੀਕਲ ਸਿਆਸਤ ਹੈ, ਮੈਂ ਸਿਆਸਤ ਦੀ ਗੱਲ ਕਰ ਰਿਹਾ, ਲੋਕਾਂ ਦੀ ਗੱਲ ਨਹੀਂ ਕਰ ਰਿਹਾ, ਉਹ ਡੋਮੀਨੇਟ ਕਰ ਰਹੀ ਹੈ। ਇਹ ਨਹੀਂ ਕਿ ਉਹ ਉਹਨੂੰ ਕਨਫਰੰਟ ਕਰਦੀ ਸੀਗੀ, ਇਹ ਬੈਲੈਂਸ ਕਰਦੀ ਸੀਗੀ। ਇਹਨਾਂ ਗੱਲਾਂ ਦੇ ਵਿੱਚ ਫਰਕ ਹੈਗਾ ਸਾਰੀ ਗੱਲ ਦੇ ਉੱਤੇ ਆ ਕੇ। ਹੁਣ ਇਹ ਲੋਕ ਕੌਣ ਹੈਗੇ ਤੇ ਸਡਨਲੀ ਇਹ ਕਿਵੇਂ ਇਹ ਫੋਕਸ ਹੋ ਰਿਹਾ ਹੈ। ਸਡਨਲੀ ਖਾਲਿਸਤਾਨ ਦਾ ਨੈਰੇਟਿਵ ਸੈਂਟਰਿਸਟ ਤੇ ਪਿਛਲੇ 6 ਮਹੀਨੇ ਸਡਨਲੀ ਕਿਵੇਂ ਆ ਗਿਆ ਅਮਰਤਪਾਲ ਤੋਂ ਸ਼ੁਰੂ ਕਰਕੇ। ਹੁਣ ਪਿਛਲੇ 3-4 ਦਿਨ ਦੇ ਦੇਖ ਲਓ, ਸਡਨਲੀ ਸਾਰੇ ਆਪਣੇ ਇੰਗਲਿਸ਼ ਦੇ ਪੇਪਰ ਦੇ ਮੇਨ ਦੇ ਵਿੱਚ ਖਾਲਿਸਤਾਨ ਤੇ ਐਡੀਟੋਰੀਅਲ ਹੈਗੇ, ਖਬਰਾਂ ਸਾਰਿਆਂ ਤੇ ਫਰੰਟ ਪੇਜ ਹੈਗੀ। ਇਹਦਾ ਮਤਲਬ ਖਾਲਿਸਤਾਨ ਨੈਰੇਟਿਵ ਵਾਪਸ ਆ ਗਿਆ। ਹੁਣ ਇਹ ਫਨਾਮਨਾ ਕਿਉਂ ਵਾਪਰ ਰਿਹਾ? ਬਲੂ ਸਟਾਰ ਦਾ ਕਲੋਜ਼ਰ ਕੋਈ ਨਹੀਂ ਅੱਜ ਤੱਕ, ਉਹ ਸਾਰੇ ਮੂਵਮੈਂਟ ਦਾ ਕਲੋਜ਼ਰ ਕੋਈ ਨਹੀਂ ਗਾ। ਬਈ ਦੱਸੋ ਭਾਈ, ਘੱਟੋ ਘੱਟ ਇਹ ਤਾਂ ਦੱਸੋ। ਮੈਂ ਪਹਿਲਾਂ ਵੀ ਕਿੰਨੀ ਵਾਰੀ ਕਿਹਾ ਬਈ ਉਸ ਆਪਰੇਸ਼ਨ ਦੇ ਵਿੱਚ ਕਿੰਨੇ ਲੋਕ ਮਰੇ ਸੀਗੇ ਜੀ। ਜੇ ਤੁਸੀਂ ਬਾਕੀ ਇਨਫੋਰਮੇਸ਼ਨ ਡੀਕਲਾਸੀਫਾਈ ਨਹੀਂ ਕਰਨੀ, ਬੇਸਿਕ ਗੱਲ ਤਾਂ ਘੱਟੋ ਘੱਟ ਸ਼ੇਅਰ ਕਰੋ। ਉਹ ਕਿਤੇ ਸ਼ੇਅਰ ਨਹੀਂ ਹੋ ਰਹੀ। ਹੁਣ ਮੈਂ ਗੱਲ ਕੈਨੇਡਾ ਦੀ ਕਰੂੰਗਾ। ਉਹਨਾਂ ਦਾ ਪ੍ਰਾਈਮ ਮਿਨਿਸਟਰ ਟਰੂਡੋ ਜਦੋਂ ਪਿਛਲੀ ਵਾਰ ਹਿੰਦੁਸਤਾਨ 'ਚ ਆਏ ਹੈ ਤੇ ਇੱਕ ਬਿਲਕੁਲ ਇਨਡਿਫਰੈਂਟ ਐਟੀਟਿਊਡ ਦੇ ਨਾਲ ਉਹਨੂੰ ਰਿਸੀਵ ਕੀਤਾ ਗਿਆ ਸੀਗਾ। ਪੰਜਾਬ ਵੀ ਉਹ ਆਏ, ਇੱਥੇ ਵੀ ਉਹੀ ਸਿਚੁਏਸ਼ਨ ਸੀਗੀ, ਜਦ ਕਿ ਉੱਥੇ ਸਿੱਖਾਂ ਦੇ ਵਿੱਚ ਤਾਂ ਬਹੁਤ ਪਾਪੂਲਰ ਹੈ। ਹੁਣ ਇਹ ਕਹਿੰਦੇ ਵੀ ਇਹ ਜਿਹੜਾ ਕੈਨੇਡਾ ਦਾ ਵਤੀਰਾ, ਆਪਣੇ ਐਕਸਟਰਨਲ ਅਫੇਅਰ ਮਿਨਿਸਟਰ ਜੈ ਸ਼ੰਕਰ ਹੋਰਾਂ ਦੀ ਵੀ ਸਟੇਟਮੈਂਟ ਹੈਗੀ ਹੈ ਕਿ ਉਹ ਜਿਹੜੀ ਉਹਨਾਂ ਦੀ ਲੋਕਲ ਪੋਲਿਟਿਕਸ ਹੈ, ਉਹ ਐਟੀਟਿਊਡ ਡਿਕਲੇਅਰ ਕਰਦੀ ਹੈ ਸਰਕਾਰ ਦਾ ਖਾਲਿਸਤਾਨੀਆਂ ਪ੍ਰਤੀ, ਕਿ ਖਾਲਿਸਤਾਨੀ ਦੀ ਸਪੋਰਟ ਉੱਥੇ ਇੰਨੀ ਜ਼ਿਆਦਾ ਹੈ ਕਿ ਉਹ ਵੋਟਾਂ 'ਚ ਇੰਪੈਕਟ ਕਰ ਰਹੇ ਹੈ। ਜੇ ਇੰਨੀ ਸਪੋਰਟ ਇਹਨਾਂ ਦੀ ਹੋ ਗਈ ਉੱਥੇ ਖਾਲਿਸਤਾਨੀਆਂ ਦੀ, ਤੇ ਇਹ ਬਹੁਤ ਵੱਡੀ ਗੱਲ ਆਪਣੇ ਆਪ ਦੇ ਵਿੱਚ। ਇਹ ਤਾਂ ਸਰਕਾਰ ਵੀ ਜਵਾਬ ਦੇਵੇ ਬਈ ਇਸ ਇਸ਼ੂ ਤੇ ਬਾਹਰ ਇੰਨੀ ਸਪੋਰਟ ਕਿਉਂ ਬਣ ਰਹੀ ਹੈ। ਹੁਣ ਨਾਲ ਟਰੂਡੋ ਨੇ ਇਹ ਵੀ ਕਿਹਾ ਵੀ ਸਾਡੇ ਤਾਂ ਪੂਰੀ ਫਰੀडम ਆਫ ਐਕਸਪ੍ਰੈਸ਼ਨ ਸਾਰੇ ਮੁਲਕਾਂ ਦੇ ਵਿੱਚ ਹੈਗੀ, ਉਹਨਾਂ ਦੇ ਵਿੱਚ। ਮੈਂ ਕਹਿੰਦਾ ਵੀ ਵਾਇਲੈਂਸ ਹਰ ਲੈਵਲ ਤੇ ਗਲਤ ਹੈਗੀ ਹੈ, ਇਹਨੂੰ ਕੰਡੈਮ ਕੀਤਾ ਜਾਣਾ ਚਾਹੀਦਾ। ਪਰ ਇਹ ਤਾਂ ਦੱਸੋ ਕਿ ਪਿੱਛੇ ਇਹਦੇ ਬੰਦੇ ਕੌਣ ਹੈ। ਕਿ ਜੋ ਕੁਛ ਪੰਜਾਬ 'ਚ ਵਾਪਰਿਆ
ਜਾਂ ਉਸ ਮੂਵਮੈਂਟ ਨਾਲ ਸੰਬੰਧਿਤ ਜੋ ਕੁਝ ਹੋਇਆ, ਕੱਲਾ ਪੰਜਾਬ 'ਚ ਨਹੀਂ ਹੋਇਆ, ਦਿੱਲੀ 'ਚ ਵੀ ਹੋਇਆ, ਪੂਨੇ 'ਚ ਵੀ ਹੋਇਆ, ਇਹਦੀ ਇਨਕੁਆਇਰੀ ਕਿਉਂ ਨਹੀਂ ਕੀਤੀ ਜਾਂਦੀ ਵੀ ਕੀ ਫੋਰਸਿਸ ਸੀਗੀਆਂ ਸਾਰੀਆਂ? ਉਹ ਨੈਰੇਟਿਵ ਕਦੇ ਕਲੋਜ਼ ਨਹੀਂ ਹੋਇਆ। ਖਾਲਿਸਤਾਨ ਦੀ ਸਟਰਗਲ ਕਦੇ ਵੱਧ ਜਾਂਦੀ ਹੈ, ਕਦੇ ਘਟ ਜਾਂਦੀ ਹੈ। ਹੁਣ ਫਿਰ ਸੈਂਟਰ ਸਟੇਜ ਤੇ ਕਿਉਂ ਹੈ ਕਿ ਉਹ ਹਾਈਪ ਬਿਲਡ ਕੀਤੀ ਜਾ ਰਹੀ ਹੈ ਇੱਕ ਲਗਾਤਾਰ, ਕਿ ਇੱਕ ਇਸ਼ੂ, ਮੈਂ ਇਹ ਨਹੀਂ ਕਹਿੰਦਾ ਸਿਰਫ ਇਹ ਇਸ਼ੂ ਹੋਏਗਾ, ਕਿ ਇੱਕ ਇਸ਼ੂ 2024 ਦੇ ਇਲੈਕਸ਼ਨ ਦੇ ਵਿੱਚ ਖਾਲਿਸਤਾਨ ਦਾ ਇਸ਼ੂ ਹੋਏਗਾ। ਇਹ ਗੱਲ ਦੇਖਣ ਵਾਲੀ ਹੈ। ਸਰਦਾਰ ਹਰਮੀਤ ਸਿੰਘ ਜੀ, ਇੱਕ ਟਿੱਪਣੀ ਤਾਂ ਇਹਦੇ ਤੇ ਚਾਹੀਦੀ ਹੈ ਤੁਹਾਡੀ। ਸਰਦਾਰ ਜਗਤਾਰ ਸਿੰਘ ਨੇ ਜਿਸ ਤਰੀਕੇ ਨਾਲ ਇਸ ਗੱਲ ਨੂੰ ਅੱਗੇ ਵਧਾਇਆ, ਤੁਸੀਂ ਇਹਨੂੰ ਕਿਵੇਂ ਲੈਂਦੇ ਹੋ? ਫਿਰ ਅਸੀਂ ਇਹਦੇ ਨਾਲ ਜੋੜਾਂਗੇ ਕਿ ਮੋਹਾਲੀ ਦੇ ਵਿੱਚ ਲੱਗਿਆ ਮੋਰਚਾ ਹੁਣ ਮੋਰਚਾ ਨਾ ਰਹਿ ਕੇ ਇੱਕ ਕੁਝ ਕੁ ਵਿਅਕਤੀਆਂ ਦੀ ਇਕੱਠ ਹੀ ਹੈ ਉੱਤੇ, ਲੇਕਿਨ ਉਹਨੂੰ ਅਸੀਂ ਜੇ ਇਸ ਸਮੇਂ ਦੇਖੀਏ ਤੇ ਉਹਦੀ ਆਊਟਪੁੱਟ ਕੀ ਹੈ, ਇਹ ਵੀ ਸਵਾਲ ਬਹੁਤ ਵੱਡਾ। ਇਹਨੂੰ ਕਿੰਨੀ ਦੇਰ ਤੱਕ ਅੱਗੇ ਵਧਾਇਆ ਜਾਊਗਾ ਤੇ ਫਿਰ ਕੀ ਉਹਦੀ ਰੈਲੇਵੈਂਸ ਬਚੀ ਹੋਈ ਹੈ ਕੋਈ, ਜਾਂ ਇਹਨੂੰ ਦੁਬਾਰਾ ਇੱਕ ਵਾਰੀ ਇਹਦੇ ਤੇ ਵਿਚਾਰ ਕਰਨ ਦੀ ਲੋੜ ਆ ਉਹ ਧਿਰਾਂ ਜਿਹੜੀਆਂ ਇਹਨੂੰ ਚਲਾ ਰਹੀਆਂ ਨੇ, ਤਾਂ ਕਿ ਘੱਟੋ ਘੱਟ ਉਹਦੀ ਗਰਿਮਾ, ਉਹਦਾ ਹੁਸਨ, ਉਹਦੀ ਮਰਿਆਦਾ, ਮੋਰਚਿਆਂ ਵਾਲਾ ਇੱਕ ਜਿਹੜਾ ਤੌਰ ਤਰੀਕਾ ਉਹ ਤਾਂ ਬਚਿਆ ਰਹੇ। ਅਸਲ 'ਚ ਪਹਿਲਾ ਜਿਹੜਾ ਇਸ਼ੂ ਹੈ ਉਹਦੇ ਤੇ ਤਾਂ ਗੱਲ ਹੈਗੀ ਉਹ ਹੈ ਕਿ ਜਿਹੜਾ ਸਾਡਾ ਪੋਲੀਟੀਸ਼ੀਅਨ ਹੈ, ਤੇ ਪੋਲੀਟੀਸ਼ੀਅਨ ਤਾਂ ਵੋਟਾਂ ਹੀ, ਸਾਡੀ ਸਰਕਾਰ ਵੀ ਇਹੀ ਦੋਸ਼ ਲਾਉਂਦੀ ਹੈ ਟਰੂਡੋ ਤੇ ਕਿ ਸ਼ਾਇਦ ਵੋਟਾਂ ਨਹੀਂ ਕੈਨੇਡਾ ਸਰਕਾਰ ਨਰਮ ਹੈ। ਇਹਦਾ ਮਤਲਬ ਬਾਹਰਲਾ ਵੀ ਕੋਈ ਤਾਂ ਫਿਰ ਇਹ ਲਾ ਹੀ ਸਕਦਾ ਕਿ ਤੁਸੀਂ ਮੈਜੋਰਿਟੇਰੀਅਨ ਐਂਗਲ ਤੋਂ ਆਪਣੀਆਂ ਵੋਟਾਂ ਲੈਣਾ ਚਾਹੁੰਦੇ, ਫਿਰ ਤਾਂ ਦੋਸ਼ ਪ੍ਰਤੀ ਦੋਸ਼ ਚੱਲੂਗਾ ਹੀ। ਜਦੋਂ ਤੁਸੀਂ ਸ਼ੀਅਰ ਪੋਲਿਟਿਕਸ ਕਰਨੀ ਹੋਵੇ, ਮੁੱਦਿਆਂ ਨੂੰ ਹੱਲ ਨਾ ਕਰਨਾ ਹੋਵੇ, ਜਾਂ ਉਸ ਪੱਧਰ ਤੇ ਜਿਵੇਂ ਸਾਡੇ ਜਿਹੜਾ UCC ਦਾ ਮੁੱਦਾ ਹੈ, ਔਰ ਇਹਦੇ ਤੇ ਰਿਐਕਸ਼ਨ ਕਿਹਦਾ ਆਊਗਾ ਸਭ ਤੋਂ ਜ਼ਿਆਦਾ? ਟ੍ਰਾਈਬਲ ਦਾ, ਮੁਸਲਮ ਦਾ ਤੇ ਸਿੱਖਾਂ ਦਾ। ਜੇ ਤੁਸੀਂ ਉਹਨੂੰ ਅੱਗੇ ਵਧਾ ਰਹੇ ਹੋ ਮੇਰਾ ਉਹ ਸਾਰੇ ਮਾਮਲੇ, ਤਾਂ ਹਰ ਗੱਲ ਇੱਕ ਤਾਂ ਉਸ ਗੱਲ ਕਰਕੇ ਕੰਸੋਲੀਡੇਟ ਹੁੰਦੀ ਹੈ ਇੱਕ ਵੋਟ। ਪਰ ਨਾਲ ਦੀ ਨਾਲ ਇੱਕ ਗੱਲ ਇਹ ਜ਼ਰੂਰ ਹੈ ਕਿ ਜਿਹੜੀਆਂ ਜਥੇਬੰਦੀਆਂ ਵੀ ਮਰਜ਼ੀ ਹੋਣ, ਉੱਥੇ ਜਿਹੜਾ ਕੋਈ ਅਗਜਨੀ ਕਰਦਾ, ਜਿਹੜਾ ਵੀ ਲੀਡਰ ਕੋਈ ਅਗਵਾਈ ਕਰਦਾ, ਤੇ ਉਹਨਾਂ ਨੂੰ ਕਲੀਅਰ ਕੱਟ ਇਹ ਤਾਂ ਕਹਿਣਾ ਹੀ ਪਊ ਤੁਸੀਂ ਕੌਣ ਹੋ, ਕਿਹੜੀ ਜਥੇਬੰਦੀ ਹੋ, ਕਿਹੜੇ ਦੇ ਆਗੂ ਹੋ। ਉਹਦੀ ਵੀ ਤਾਂ ਜਾਂਚ ਹੋ ਹੀ ਸਕਦੀ ਹੈ। ਜਾਂਚ ਖਾਸ ਤੌਰ ਤੇ ਇਹੋ ਜਿਹੇ ਮੁਲਕਾਂ 'ਚ ਤਾਂ ਜਾਂਚ ਕੋਈ ਬਹੁਤ ਬੜੀ ਗੱਲ ਹੈ ਹੀ ਨਹੀਂ ਹੈ, ਪਤਾ ਲੱਗ ਸਕਦਾ ਕਿ ਆ ਹੀ ਹੈ ਸਾਰਿਆਂ ਦੇ ਖਾਤੇ ਪਾਉਣ ਦੀ ਬਜਾਏ। ਤੇ ਜੇਕਰ ਈਵਨ ਖਾਲਿਸਤਾਨ ਦੇ ਮੁੱਦੇ ਦੀ ਗੱਲ ਕੀਤੀ ਜਾਏ, ਪੰਜਾਬ ਦੀ ਧਰਤੀ ਤੇ ਜਿੱਥੇ ਰੂਟ ਕਾਜ਼ ਹੈ, ਮਤਲਬ ਮੇਨਲੀ ਉੱਥੇ ਨਾਰਮਲੀ ਕੌਣ ਕਰਦਾ ਡਾਇਰੈਕਟਲੀ ਕੰਸਿਸਟੈਂਟਲੀ ਖਾਲਿਸਤਾਨ ਦੀ ਗੱਲ? ਜਾਂ ਦਲ ਖਾਲਸਾ ਕਰਦਾ ਤੇ ਜਸਵਰਜੀਤ ਸਿੰਘ ਮਾਨ ਕਰਦਾ, ਉਹ ਵੀ ਸਾਇਲੈਂਟ ਹੁੰਦੇ ਨੇ ਇਸ ਮੁੱਦੇ ਤੇ। ਤਾਂ ਜਾ ਕੇ ਕਦੇ ਮਤਾ ਮੁੱਤਾ ਪਾਉਣਾ ਜਾਂ ਨਰਮ ਡੈਮੋਕ੍ਰੈਟਿਕ ਵੇ ਨਾਲ ਕੋਈ ਗੱਲ ਕਰਨੀ ਕਰਦੇ ਨੇ ਆਪਣੇ ਪੈਂਫਲੇਟ ਬੰਦ ਕੇ। ਤੇ ਉਸ ਤੋਂ ਬਾਅਦ ਉਹਨਾਂ ਦਾ ਵੀ ਵਿਊ ਮੈਨੂੰ ਬਹੁਤ ਜ਼ਿਆਦਾ ਸਾਹਮਣੇ ਨਹੀਂ ਨਜ਼ਰ ਆ ਰਿਹਾ ਕਿ ਕੌਣ ਨੇ, ਕਿ ਉਹਨਾਂ ਦੇ ਸਪੋਰਟਰ ਨੇ, ਉਹਨਾਂ ਦੇ ਨਾਲ ਜੁੜੀ ਗੱਲ ਹੈ ਜਾਂ ਕੋਈ ਹੋਰ ਗੱਲ ਹੈ। ਜਵਾਬਦੇਹੀ ਸਰਕਾਰਾਂ ਦੀ ਹੁੰਦੀ ਉਹ ਹੈ, ਪਰ ਜਵਾਬਦੇਹੀ ਮੂਵਮੈਂਟ ਨਾਲ ਜੁੜੇ ਲੋਕਾਂ ਦੀ ਵੀ ਹੁੰਦੀ ਹੈ ਉਸੇ ਹਿਸਾਬ ਦੇ ਨਾਲ ਜਿਸ ਲੈਵਲ ਤੇ ਜਦੋਂ ਗੱਲ, ਕਿਉਂਕਿ ਲੋਕਾਂ ਖਾਸ ਤੌਰ ਤੇ ਲੀਡਰਸ਼ਿਪ ਉਹੀ ਮੰਨੀ ਜਾਂਦੀ ਹੈ ਜਿਹੜੀ ਮੌਕੇ ਸੰਕਟ 'ਚ ਥਾਟ ਪ੍ਰੋਸੈਸ ਦੇ ਸੰਕਟ ਫਸੇ ਲੋਕਾਂ ਨੂੰ ਕੱਢ ਸਕੇ ਮੱਝਧਾਰ ਚੋਂ ਕਿਸੇ ਨਾ ਕਿਸੇ ਰੂਪ ਦੇ ਵਿੱਚ। ਜਿਵੇਂ ਪਹਿਲਾਂ ਜਦੋਂ ਮੂਵਮੈਂਟ ਚੱਲਦੀ ਸੀ ਇੱਥੇ, ਤਾਂ ਜਥੇਬੰਦੀਆਂ ਜ਼ਿੰਮੇਵਾਰੀ ਲੈ ਲੈਂਦੀਆਂ ਸੀ, ਕਈ ਜਥੇਬੰਦੀਆਂ ਡਿਨਾਈ ਵੀ ਕਰ ਦਿੰਦੀਆਂ ਸੀ ਕਿ ਨਹੀਂ ਇਹ ਸਾਡਾ ਕੰਮ ਨਹੀਂ ਹੈ। ਤਾਂ ਆਟੋਮੈਟਿਕਲੀ ਕੋਈ ਚੀਜ਼ ਤਾਂ ਵਾਪਰਦੀ ਹੈ ਨਾ ਜਦੋਂ ਤੁਸੀਂ ਜ਼ਿੰਮੇਵਾਰ ਫੀਲਡ ਦੇ ਵਿੱਚ ਹੁੰਦੇ ਹੋ। ਇਸ ਲਈ ਸਾਰਿਆਂ ਦਾ ਇਸ ਪਾਸੇ ਵੱਲ ਮਤਲਬ ਕਲੈਰਿਟੀ ਵਾਲੇ ਪਾਸੇ ਜਾਣਾ ਚਾਹੀਦਾ। ਕਨਫਿਊਜ਼ਨ ਹਮੇਸ਼ਾ ਹੀ ਖਤਰਨਾਕ ਹੁੰਦਾ ਹੈ ਇਹੋ ਜਿਹੀਆਂ ਸਾਰੀਆਂ ਚੀਜ਼ਾਂ ਦੇ ਉੱਤੇ। ਔਰ ਜਿਹੜਾ ਮੋਰਚੇ ਵਾਲਾ ਸਵਾਲ ਹੈ, ਬੰਦੀ ਸਿੰਘਾਂ ਦਾ ਸਵਾਲ, ਪਹਿਲਾਂ ਮੋਰਚੇ ਤੋਂ ਵੀ ਪਹਿਲਾਂ ਇੱਕ ਗੱਲ ਸੀ ਕਿ ਬੰਦੀ ਸਿੰਘਾਂ ਦਾ ਮੁੱਦਾ ਨੰਬਰ 1 ਮੁੱਦੇ ਦੇ ਤੌਰ ਤੇ ਕਾਫੀ ਸਮੇਂ ਤੋਂ ਉੱਭਰਿਆ ਸੀ। ਖਾਸ ਤੌਰ ਦੇ ਉੱਤੇ ਜਦੋਂ 550 ਸਾਲਾ ਗੁਰੂ ਨਾਨਕ ਸਾਹਿਬ ਦਾ ਮਨਾਇਆ ਜਾ ਰਿਹਾ ਸੀ, ਉਦੋਂ ਵੀ ਇਹ ਬਹੁਤ ਵੱਡਾ ਮੁੱਦਾ ਸੀ। ਗਵਰਨਮੈਂਟ ਆਫ ਇੰਡੀਆ ਨੇ ਇੱਕ ਚਿੱਠੀ ਵੀ ਕੀਤੀ ਸੀ ਤੇ ਉਹ 8 ਵਿਅਕਤੀਆਂ ਦਾ ਨਾਮ ਵੀ ਸੀ, ਜਿਹ 'ਚ ਭਾਈ ਰਾਜੋਆਣਾ ਦਾ ਵੀ ਕਹਿੰਦੇ ਸੀ। ਸਾਰਾ ਅਕਾਲੀ ਦਲ ਨੇ ਵੀ, ਸ਼੍ਰੋਮਣੀ ਕਮੇਟੀ ਨੇ ਵੀ, ਸਭ ਨੇ ਉਹਦੇ ਤੇ ਵੈਲਕਮ ਵੀ ਕੀਤਾ ਸੀ। ਪਰ ਉਹ ਉੱਥੇ ਦਾ ਉੱਥੇ ਰਹਿ ਗਿਆ ਮੁੱਦਾ। ਗਵਰਨਮੈਂਟ ਆਫ ਇੰਡੀਆ ਪਿੱਛੇ ਹਟ ਗਈ। ਉਹਦਾ ਜਵਾਬ ਗਵਰਨਮੈਂਟ ਆਫ ਇੰਡੀਆ ਨੂੰ ਦੇਣਾ ਪਊਗਾ ਔਰ ਦੇਣਾ ਚਾਹੀਦਾ ਕਿ ਬਾਰ-ਬਾਰ ਕਦੇ ਮਰਜਾ ਚੜੀਏ, ਕਦੇ ਜੀਜਾ ਚੜੀਏ। ਕੋਈ ਦੇਸ਼ਾਂ ਦੇ ਵਿੱਚ ਕੋਈ ਸਟ੍ਰੈਟਜੀਜ਼ ਹੁੰਦੀਆਂ ਨੇ, ਕੋਈ ਪਾਲਿਸੀ ਹੁੰਦੀ ਹੈ, ਜਿਹੜੀ ਪਾਲਿਸੀ ਨੂੰ ਅੱਗੇ ਵਧਾ ਕੇ ਕਿਸੇ ਭਾਈਚਾਰੇ ਨੂੰ ਜਾਂ ਕਿਸੇ ਕਮਿਊਨਿਟੀ ਨੂੰ ਜਾਂ ਓਵਰਆਲ ਸਟੇਟ ਨੂੰ ਮਤਲਬ ਕੁਛ ਇਹ ਅਹਿਸਾਸ ਕਰਾਉਣਾ ਹੁੰਦਾ ਕਿ ਅਸੀਂ ਤੁਹਾਡੇ ਲਈ ਆਹ ਕੰਮ ਕਰ ਰਹੇ ਹਾਂ, ਸਾਡਾ ਫੈਸਲਾ। ਤੇ ਉਦੋਂ ਬਾਅਦ ਵੀ ਮੁੱਦਾ ਬਣਿਆ ਫਿਰ ਲਗਾਤਾਰ। ਸੰਗਰੂਰ ਦੀ ਬਾਈ ਇਲੈਕਸ਼ਨ 'ਚ ਬਣਿਆ ਜਿੱਥੇ ਸ਼੍ਰੋਮਣੀ ਅਕਾਲੀ ਦਲ ਤੇ ਉਦੋਂ ਪਹਿਲਾਂ ਮਤਲਬ ਜਥੇਦਾਰ ਅਕਾਲ ਤਖਤ ਤੋਂ ਕਹਾ ਕੇ ਇੱਕ ਕਮੇਟੀ ਬਣਾਈ ਗਈ ਜੀ। ਸ਼੍ਰੋਮਣੀ ਅਕਾਲੀ ਦਲ ਵੀ, ਵੱਖ-ਵੱਖ ਲੋਕ ਵੀ ਆਏ, ਉਹ 11 ਮੈਂਬਰੀ ਕਮੇਟੀ। ਖੈਰ ਉਹ ਕਮੇਟੀ ਪਹਿਲੀ ਮੀਟਿੰਗ ਤੋਂ ਬਾਅਦ ਹੀ ਤਿੜਕਣ ਲੱਗੀ। ਕੁਝ ਬੰਦਿਆਂ ਨੇ ਪਹਿਲਾਂ ਹੀ ਕਹਿਣਾ ਸ਼ੁਰੂ ਕਰਤਾ ਵੀ ਜੇ ਅਕਾਲੀ ਦਲ ਇਸ ਰੂਪ 'ਚ ਹੈ। ਫਿਰ ਉਸੇ ਮੁੱਦੇ ਤੇ ਰਾਜੋਆਣਾ ਦੀ ਭੈਣ ਨੂੰ ਇਲੈਕਸ਼ਨ ਵੀ ਲੜਾਈ ਅਕਾਲੀ ਦਲ ਨੇ।
ਔਰ ਮਾਨ ਸਾਹਿਬ ਕੋਲ ਵੀ ਗਏ ਸੀ ਕਿ ਸ਼ਾਇਦ ਆਪਾਂ ਐਵੇਂ ਕਰ ਲਈਏ, ਉਹ ਨਹੀਂ ਚੱਲੀ ਉਸੇ ਤਰੀਕੇ ਨਾਲ। ਫਿਰ ਐਸਜੀਪੀਸੀ 25 ਲੱਖ ਸਿਗਨੇਚਰ ਕਰਾਏ ਹੋਏ ਨੇ। ਸ਼੍ਰੋਮਣੀ ਕਮੇਟੀ ਨੇ ਮਤਲਬ ਕੋਸ਼ਿਸ਼ ਕੀਤੀ ਕਿ ਆਪਾਂ ਮਿਲਾਂਗੇ ਸਾਰਿਆਂ ਨੂੰ, ਔਰ ਸਾਰਿਆਂ ਨਹੀਂ, ਜਿਹੜੇ ਮੋਟੇ ਇਸ਼ੂ ਨੇ, ਮਤਲਬ ਦਵਿੰਦਰਪਾਲ ਭੁੱਲਰ ਦੇ ਮਾਮਲੇ 'ਚ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ, ਦਿੱਲੀ ਵਾਲੇ ਨੇ ਫੈਸਲਾ ਕਰਨਾ, ਉਹ ਖਾਮੋਸ਼ ਹੈ। ਤੇ ਪੰਜਾਬ ਦੀ ਸਰਕਾਰ ਕਿਉਂ ਜਵਾਬਦੇਹ ਨਹੀਂ ਦਿੰਦੀ ਇਸ ਮਾਮਲੇ ਦੇ ਵਿੱਚ ਕਿ ਤੁਸੀਂ ਇਹ ਕਰਦੇ ਹੋ? ਔਰ ਜੇ ਅਵਾਰੇ ਨੂੰ ਚੰਡੀਗੜ੍ਹ ਸ਼ਿਫਟ ਕਰਨਾ ਤੇ ਉੱਥੇ ਕਿਹਨੇ ਦੇਣੀ ਹੈ ਮਤਲਬ ਇਸ ਪੱਧਰ ਦੇ ਉੱਤੇ ਪ੍ਰਵਾਨਗੀ ਕਿ ਸਾਨੂੰ ਇੱਥੇ ਕੋਈ ਖਤਰਾ ਨਹੀਂ ਹੈ? ਤਾਂ ਪੰਜਾਬ ਦੇ ਗਵਰਨਰ ਸਾਹਿਬ ਪ੍ਰਸ਼ਾਸਕ ਵੀ ਨੇ ਇੱਥੇ, ਜਿਹੜੇ ਪੰਜਾਬ ਦੇ ਮਾਮਲਿਆਂ 'ਚ ਬੈਠੇ ਤਾਂ ਦਖਲ ਦਿੰਦੇ ਨੇ, ਇਹਦੇ ਤੇ ਵੀ ਬੋਲਦੇ ਨੇ, ਬਹੁਤ ਵੋਕਲ ਨੇ। ਬੋਲਣਾ ਹੋਣਾ ਚਾਹੀਦਾ ਉਹਨਾਂ ਨੂੰ ਵੀ, ਭਾਈ ਅਸੀਂ ਕਿਉਂ ਇੱਥੇ ਨਹੀਂ ਦਿੰਦੇ ਪਰਮਿਸ਼ਨ ਉਸ ਪੱਧਰ ਦੇ ਉੱਤੇ। ਔਰ ਫਿਰ ਉਸੇ ਤਰੀਕੇ ਦੇ ਨਾਲ ਜਿਹੜੇ ਬਾਕੀ ਨੇ, ਜਿਹੜਿਆਂ ਦੀਆਂ ਜ਼ਮਾਨਤਾਂ ਹੋ ਰਹੀਆਂ ਨੇ, ਕਿਸੇ ਦੀ ਹੋ ਵੀ ਗਈ, ਕਿਸੇ ਨੂੰ ਛੱਡਿਆ ਜਾ ਰਿਹਾ ਹੈ, ਥੋੜਾ ਥੋੜਾ ਇੱਕ ਇੱਕ ਕਰਕੇ ਇਹ ਵੀ ਸਾਰਾ ਕੁਝ ਹੋ ਰਿਹਾ। ਫਿਰ ਜਿਹੜੇ ਬੀਜੇਪੀ 'ਚ ਗਏ ਸੱਜਣ ਨੇ ਸਾਰੇ, ਜਿਹੜੇ ਇਹ ਕ੍ਰੈਡਿਟ ਵੀ ਲੈਣ ਲਈ ਤਿਆਰ ਸੀ ਵੀ ਅਸੀਂ ਕਰਾ ਦਾਂਗੇ ਇਹ ਕੰਮ ਤੇ ਤੁਸੀਂ ਇਹ ਕਰੋ, ਉਹਨਾਂ ਦਾ ਵੀ ਰੋਲ ਬਣਦਾ ਕਿ ਉਹ ਵੀ ਸਾਇਲੈਂਟ ਹੋ ਗਏ ਉਸੇ ਮਾਮਲੇ ਦੇ ਉੱਤੇ। ਇਹ ਮੋਰਚਾ ਲੱਗਿਆ ਸੀ, ਇੱਕ ਵਾਰ ਇੱਥੇ ਇਕੱਠ ਵੀ ਹੋਣਾ ਸ਼ੁਰੂ ਹੋਇਆ ਸੀ ਕਾਫੀ ਜ਼ਿਆਦਾ। ਉਹ ਅੰਮ੍ਰਿਤਪਾਲ ਵਾਲੇ ਵਰਤਾਰੇ ਨਾਲ, ਜਿੱਦਣ ਅੰਮ੍ਰਿਤਪਾਲ ਇੱਥੇ ਆਏ ਸੀ ਇਸੇ ਮੋਰਚੇ 'ਚ, ਉਦੋਂ ਵੀ ਕੰਟਰੋਵਰਸੀ ਹੋਈ ਸੀ, ਕਿਉਂਕਿ ਉਹਨੇ ਕਿਹਾ ਮੋਰਚਾ ਦਾ ਕੀ ਮਾਮਲਾ, ਨਵੇਂ ਬੰਦੇ ਤੁਸੀਂ ਫੜਾ ਲਓਗੇ, ਪੁਰਾਣੇ ਛਡਾਓਗੇ। ਇਹ ਸਪੀਚ ਸੀ ਇਸ ਮੋਰਚੇ ਦੇ ਵਿੱਚ। ਜਦੋਂ ਵੀ ਚਲਦੇ ਚਲਦੇ ਅੰਮ੍ਰਿਤਪਾਲ ਦਾ ਬਰਚਾ ਸਾਈਨ ਕਰਨ ਲੱਗ ਗਿਆ ਤੇ ਉਹ ਕਿਉਂਟਿਆ ਵੀ ਗਿਆ, ਇੱਕ ਹੱਦ ਤੱਕ ਚਾਕੇ ਦੇ ਬੜੂਗੜ ਵਗ ਗਿਆ। ਤੇ ਇਹ ਮੋਰਚਾ ਬਿਲਕੁਲ ਹੀ ਲਗਭਗ ਇਹਦੇ ਤੋਂ ਧਿਰਾਂ ਵੱਖ ਹੋ ਗਈਆਂ। ਪਹਿਲਾਂ ਕਿਸਾਨ ਜਥੇਬੰਦੀਆਂ ਵੀ ਇਹ ਆਉਂਦੀਆਂ ਰਹੀਆਂ। ਪੰਜਾਬ ਦੀ ਕੋਈ ਕਿਸਾਨ ਜਥੇਬੰਦੀ ਇਹੋ ਜਿਹੀ ਨਹੀਂ ਹੈ ਜਿਹਦੇ ਵਰਕਰ ਇੱਥੇ ਨਹੀਂ ਆਏ ਜਥੇ ਬਣਾ ਕੇ। ਸੰਯੁਕਤ ਕਿਸਾਨ ਮੋਰਚੇ ਤੋਂ ਲੈ ਕੇ 5 ਜਥੇਬੰਦੀਆਂ, ਰਾਜੇਵਾਲ ਵਾਲੇ ਗਰੁੱਪ ਤੋਂ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਲੈ ਕੇ, ਉਹ ਵੀ ਆਉਣਾ ਸ਼ੁਰੂ ਹੋ ਗਈਆਂ ਸੀ। ਇੱਕ ਜਨਤਕ ਜਿਹਾ ਮੋਰਚਾ ਬਣਦਾ ਨਜ਼ਰ ਆਉਂਦਾ ਸੀ। ਹੁਣ ਉਹ ਸਾਰੇ ਪਿੱਛੇ ਹਟ ਗਏ। ਉਹਨਾਂ ਸਾਰਿਆਂ ਨੂੰ ਵੀ ਇਹ ਦੱਸਣਾ ਚਾਹੀਦਾ ਪਬਲਿਕਲੀ ਆ ਕੇ ਲੋਕਾਂ ਨੂੰ, ਕੀ ਬੰਦੀ ਸਿੰਘਾਂ ਦਾ ਮੁੱਦਾ ਖਤਮ ਹੋ ਗਿਆ ਜਾਂ ਇਹਦੇ ਤੇ ਹੁਣ ਮੋਰਚਾ ਬਣ ਨਹੀਂ ਪਾ ਰਿਹਾ, ਲੋਕਾਂ ਦਾ ਸੈਂਟੀਮੈਂਟ ਨਹੀਂ ਹੈ, ਕਾਰਨ ਕੀ ਹੈ, ਜਾਂ ਫਿਰ ਬੇਡਰਾ ਕਿਉਂ ਹੋ ਗਿਆ। ਦੂਜਾ ਜਿਹੜਾ ਮੋਰਚੇ ਦੇ ਸੰਚਾਲਕ ਨੇ, ਉਹਨਾਂ ਨੂੰ ਖਾਸ ਤੌਰ ਤੇ ਲੋਕਾਂ ਦੀ ਕਚਹਿਰੀ ਦੇ ਵਿੱਚ ਆ ਕੇ ਦੱਸਣਾ ਚਾਹੀਦਾ ਕਿ ਭਾਈ ਬਾਕੀ ਲੋਕ ਜੋ ਆ ਰਹੇ ਸੀ, ਤੁਹਾਡੇ ਨਾਲ ਤਾਂ ਨਹੀਂ ਕੋਈ ਰੌਲਾ ਰੱਪਾ ਪੈ ਗਿਆ, ਤੁਹਾਡਾ ਸੰਚਾਲਨ ਦੇ ਤਰੀਕੇ 'ਚ ਕੋਈ ਪ੍ਰੋਬਲਮ ਹੋਵੇ, ਬਾਕੀ ਦੀਆਂ ਚੀਜ਼ਾਂ ਹੋਵੇ। ਔਰ ਗਵਰਨਮੈਂਟ ਨਾਲ 2 ਵਾਰ ਨੈਗੋਸ਼ੀਏਸ਼ਨ ਹੋਈ ਸੀ ਪੰਜਾਬ ਸਰਕਾਰ ਨਾਲ, ਉਹਦੇ 'ਚ ਕੀ ਹੋਇਆ ਸੀ, ਹੁਣ ਕਿੱਥੇ ਜਾ ਰਹੀ ਹੈ ਗੱਲ। ਇਹ ਜਿਹੜੀਆਂ ਸਾਰੀਆਂ ਅੰਦਰਲੀਆਂ ਜੋ ਵੀ ਗੱਲਾਂ ਬਾਤਾਂ ਨੇ, ਉਹ ਸਾਰੀਆਂ ਸਭ ਨੂੰ ਹੀ ਸਾਹਮਣੇ ਲਿਆਉਣ ਦੀ ਲੋੜ ਹੈ। ਤੇ ਜੇ ਪੰਜਾਬ ਦੀ ਸਰਕਾਰ ਨੇ ਉਹਦੇ ਨਾਲ ਕੋਈ ਸਹਿਮਤੀ ਕੀਤੀ ਸੀ ਕਿ ਦਵਿੰਦਰਪਾਲ ਭੁੱਲਰ ਦਾ ਆਹ ਕਰ ਦਿੰਦੇ ਆ, ਹਵਾਰੇ ਨੂੰ ਇੱਥੇ ਲਿਆਉਣਾ, ਬਾਕੀਆਂ ਨੂੰ ਅਸੀਂ ਚਿੱਠੀ ਲਿਖ ਦਿੰਦੇ ਆ, ਹੋਮ ਮਿਨਿਸਟਰ ਨੂੰ ਮਿਲ ਲਾਂਗੇ, ਜਿੰਨਾ ਕੋ ਸਾਹਮਣੇ ਆਈ ਸੀ ਗੱਲ, ਤਾਂ ਪੰਜਾਬ ਸਰਕਾਰ ਉਹ ਤੋਂ ਵੀ ਪਿੱਛੇ ਕਿਉਂ ਹਟ ਗਈ? ਆਪਣਾ ਕੰਮ ਤਾਂ ਕਰੇ ਨਾ, ਵੀ ਕਰਨਾਟਕ ਦੇ ਚੀਫ ਮਿਨਿਸਟਰ ਨੂੰ ਚਿੱਠੀ ਲਿਖ ਦਾਂਗੇ, ਬਾਕੀ ਜਿਹੜੇ ਬਾਹਰ ਨੇ, ਪੰਜਾਬ ਦਾ ਚੀਫ ਮਿਨਿਸਟਰ ਜੇ ਚਿੱਠੀ ਲਿਖਦਾ ਤਾਂ ਉਹਦਾ ਅਸਰ ਪੈਂਦਾ ਉਸ ਗੱਲ ਕਰਕੇ। ਉਹ ਇਸੇ ਲਈ ਕਹਿ ਰਹੇ ਨੇ ਕਿ ਪੰਜਾਬ ਦੀ ਸਰਕਾਰ ਕਲੀਨ ਚਿੱਠੇ ਦੇਵੇ ਸਾਨੂੰ ਵੀ ਇੱਥੇ ਸਾਨੂੰ ਕੋਈ ਪ੍ਰੋਬਲਮ ਨਹੀਂ ਛੱਡ ਦਿਓਗੇ। ਇਹ ਤਾਂ ਇਹਨਾਂ ਨੂੰ ਲਿਖ ਕੇ ਫਿਰ ਦੇਣਾ ਹੀ ਚਾਹੀਦਾ ਪੰਜਾਬ ਦੀ ਸਰਕਾਰ ਨੂੰ, ਜੇ ਉਹਨੂੰ ਲੱਗਦਾ ਕਿ ਇਸ ਪਾਸੇ ਵੱਲ ਸਾਨੂੰ ਕੋਈ ਇਤਰਾਜ਼ ਨਹੀਂ ਹੈ। ਇਸ ਲਈ ਇਹ ਸਾਰੇ ਮੁੱਦੇ ਨੇ, ਸਾਰੇ ਲੋਕ ਨੇ ਇਨਵੋਲਵ, ਸਭ ਨੂੰ ਆਪੋ ਆਪਣੀ ਜਗ੍ਹਾ ਮੇਰਾ ਖਿਆਲ ਹੈ ਜਨਤਕ ਤੌਰ ਤੇ ਕੁਝ ਨਾ ਕੁਝ ਲੋਕਾਂ ਨਾਲ ਆਪਣੀ ਸਾਂਝ, ਆਪਣੇ ਵਿਚਾਰਾਂ ਦੀ ਅੱਜ ਦੇ ਦੌਰ 'ਚ ਕੀ ਹੈ ਪਵਾਉਣੀ ਚਾਹੀਦੀ ਹੈ। ਬਿਲਕੁਲ। ਔਰ ਇਹਦਾ ਨੈਗੇਟਿਵ ਮੈਸੇਜ ਆਵੇ ਉਹਦੇ ਨਾਲੋਂ ਚੰਗਾ ਹੈ ਕਿ ਇੱਥੇ ਫੈਸਲਾ ਕੁਨ ਹੋਇਆ ਜਾਵੇ। ਸਰਦਾਰ ਜਗਤਾਰ ਸਿੰਘ ਜੀ, ਨੋ ਡਾਊਟ ਕਿ ਬੰਦੀ ਸਿੱਖਾਂ ਦਾ ਮਾਮਲਾ ਬਹੁਤ ਪੁਰਾਣਾ ਹੈ ਔਰ ਜਿਨ੍ਹਾਂ ਨੇ ਸਜ਼ਾਵਾਂ ਭੁਗਤ ਲਈਆਂ ਨੇ ਉਹਨਾਂ ਨੂੰ ਛੱਡਿਆ ਜਾਣਾ ਚਾਹੀਦਾ ਔਰ ਇਹਦੇ ਲਈ ਕੋਈ ਮੋਰਚੇ ਨਹੀਂ ਲੱਗਣੇ ਚਾਹੀਦੇ। ਸਰਕਾਰਾਂ ਦੀ ਜ਼ਿੰਮੇਵਾਰੀ ਆ। ਰਾਦਰ ਮੈਂ ਤਾਂ ਕਹੂੰਗਾ ਅਦਾਲਤਾਂ ਵੀ ਮੋਨੀਟਰ ਕਰਨ ਕਿ ਕਿਸੇ ਵਿਅਕਤੀ ਨੂੰ ਜੇ ਸਜ਼ਾ ਦਿੱਤੀ ਹੈ, ਉਹਦੀ ਮੁੱਕਣ ਦੇ ਦਿਨ ਤੋਂ 1 ਦਿਨ ਪਹਿਲਾਂ ਸ਼ਾਮ ਨੂੰ ਉਹਦੇ ਸਾਰੇ ਪ੍ਰਬੰਧ ਹੋ ਜਾਣੇ ਚਾਹੀਦੇ ਆ। ਔਰ ਮੇਰਾ ਖਿਆਲ ਇਹ ਤਾਂ ਸਿਰਫ ਫੈਸਲਾ ਉਥੋਂ ਦੇ ਜੇਲ੍ਹ ਸੁਪਰਡੈਂਡੈਂਟ ਨੇ ਲੈਣਾ ਹੁੰਦਾ, ਉਹਦੇ 'ਚ ਕਿਸੇ ਹੋਰ ਦਾ ਕੋਈ ਰੋਲ ਹੀ ਨਹੀਂ। ਖੈਰ ਮੈਂ ਜ਼ਰੂਰ ਤੁਹਾਤੋਂ ਜਾਣਾ ਚਾਹੂੰਗਾ ਕਿ ਹੁਣ ਜਦੋਂ ਇਹ ਅਦਾਲਤ ਵਿੱਚ ਵੀ ਚੱਲ ਰਿਹਾ ਔਰ ਅਦਾਲਤ ਪੁੱਛ ਰਹੀ ਹੈ ਕਿ ਤੁਸੀਂ ਇਹਨੂੰ ਸ਼ਿਫਟ ਕਿਉਂ ਨਹੀਂ ਕਰਾ ਸਕਦੇ, ਇਹਨੂੰ ਤੁਸੀਂ ਖਤਮ ਕਿਉਂ ਨਹੀਂ ਕਰਵਾ ਸਕਦੇ, ਲੋਕਾਂ ਲਈ ਆਵਾਜਾਈ ਕਿਉਂ ਨਹੀਂ ਖੋਲ ਸਕਦੇ, ਇੰਨਾ ਅਹਿਮ ਰੋਡ ਬਲੌਕ ਹੋਇਆ, ਇਹਨੂੰ ਕਿਵੇਂ ਲਈਏ? ਸਿਆਸੀ ਪੱਧਰ ਤੇ ਜਿਹੜੀ ਵੀ ਕੋਈ ਸਟਰਗਲ ਹੁੰਦੀ ਹੈ ਨਾ, ਤੇ ਉਹਦੇ 'ਚ ਲੋਕ ਠੀਕ ਹੈ ਅੰਦਰ ਫੜੇ ਜਾਂਦੇ, ਸਭ ਕੁਝ ਹੁੰਦਾ ਹੈ, ਤੇ ਮੁੜ ਕੇ ਜਾਂ ਤਾਂ ਤੁਸੀਂ ਉਸ ਸਟਰਗਲ ਨੂੰ ਓਨ ਕਰੋ। ਜੇ ਛਡਾਉਣ ਦੀ ਗੱਲ ਕਰਦੇ ਹੈ ਤੇ ਉਹਦੇ 'ਚ ਉਹ ਸਾਰਾ ਕੁਝ ਹੀ ਆ ਜਾਂਦਾ। ਇਹ ਸਿਰਫ ਇਹ ਨਹੀਂ ਜਿਹੜੀ ਗੱਲ ਤੁਸੀਂ ਕੀਤੀ ਨੇ ਵੀ ਇਹਨਾਂ ਦੀ ਸਜ਼ਾ ਪੂਰੀ ਹੋ ਗਈ, ਇਹਨਾਂ ਦੇ ਕੇਸ ਦੇ ਵਿੱਚ ਸਜ਼ਾ ਪੂਰੀ ਹੋਣ ਵਾਲੀ ਐਸਾ ਕੋਈ ਗੱਲ ਨਹੀਂ। ਇੱਕ ਨੈਰੇਟਿਵ ਬਿਲਡ ਕਰ ਲਿਆ ਜੀ ਇਹ ਸਜ਼ਾ ਪੂਰੀ ਹੋ ਗਈ। ਉਹ ਇਸ ਕਰਕੇ ਹੈ ਕਿ 20 ਸਾਲ ਬਾਅਦ ਜਾਂ 14 ਸਾਲ ਬਾਅਦ ਇੱਕ ਹੁੰਦਾ ਕਿ ਸਰਕਾਰ ਛੱਡ ਸਕਦੀ ਹੈ, ਡਿਸਕ੍ਰਿਸ਼ਨ ਹੈ।
ਉਹ ਸਜ਼ਾ ਪੂਰੀ ਹੋਣ ਦੀ ਟੈਕਨੀਕਲੀ ਗੱਲ ਨਹੀਂ ਹੈ। ਤੁਸੀਂ ਜਿਹੜੇ ਇਹਨਾਂ ਦੇ ਵਕੀਲ ਹੈਗੇ ਹੈ, ਇਸ ਕੇਸ ਨੂੰ ਟੇਕ ਅਪ ਕਰ ਰਹੇ ਹੈ, ਤੁਸੀਂ ਉਹਨਾਂ ਨਾਲ ਗੱਲ ਕਰੋ, ਉਹ ਸਮਝਾ ਦਿੰਦੇ ਆ ਵੀ ਇਹ ਜਿਹੜੀ ਲਫ਼ਜ਼ ਵਰਤਿਆ ਜਾਂਦਾ ਸਜ਼ਾ ਪੂਰੀ ਹੋ ਗਈ, ਐਸੀ ਕੋਈ ਗੱਲ ਨਹੀਂ ਹੈ। ਮੈਂ ਗੱਲ ਕਰ ਚੁੱਕਿਆ ਇਹ ਸਾਰੀਆਂ ਇਹਨਾਂ ਦੇ ਨਾਲ, ਇਹ ਸਾਰਿਆਂ ਨੂੰ ਪਤਾ ਹੈ। ਪਰ ਸਜ਼ਾ ਪੂਰੀ ਹੋਣ ਵਾਲੀ ਗੱਲ ਕੋਈ ਨਹੀਂ, ਸਰਕਾਰ ਦੀ ਡਿਸਕ੍ਰਿਸ਼ਨ ਹੈ। ਇਹਨਾਂ ਚੋਂ ਕਿੰਨੇ ਲੋਕ, ਜ਼ਿਆਦਾ ਲੋਕ ਨਹੀਂ, 10-11 ਜਿੰਨੇ ਸੀਗੇ, ਉਹਨਾਂ ਦੇ 3-4 ਤਾਂ ਇਸ ਵੇਲੇ ਬੇਲ ਤੇ ਬਾਹਰ ਹੈਗੇ ਆ, ਪੈਰੋਲ ਤੇ। ਸੋ ਇਸ ਵੇਲੇ ਮੈਂ ਜਿਹੜੀ ਪਹਿਲੇ ਗੱਲ ਕੀਤੀ ਸੀਗੀ, ਜਿਸ ਟਾਈਮ ਤੇ ਖਾਲਿਸਤਾਨ ਦਾ ਇਸ਼ੂ ਸਾਰੀਆਂ ਅਖਬਾਰਾਂ ਦੇ ਵਿੱਚ ਫਰੰਟ ਪੇਜ ਤੇ ਹੈ ਤੇ ਇਹ ਨੈਰੇਟਿਵ ਬਹੁਤ ਤੱਕ ਕਰ ਚੁੱਕਿਆ ਹੈ ਕਿ ਉਸ ਵੇਲੇ ਸਰਕਾਰ ਇਹਨਾਂ ਨੂੰ ਰਿਲੀਜ਼ ਕਰੇਗੀ। ਕੱਲੀ ਰਿਲੀਜ਼ ਇਹਨਾਂ ਦੀ ਗੱਲ ਨਹੀਂ, ਇਸੇ ਹੀ ਇਹੋ ਜਿਹੇ ਮਾਮਲਿਆਂ ਦੇ ਵਿੱਚ ਤੁਹਾਡੇ ਡਿਬਰੂਗੜ੍ਹ ਵਾਲੇ ਲੋਕ ਬੈਠੇ ਆ। ਇਹ ਜਦੋਂ ਮੂਵਮੈਂਟਾਂ ਚੱਲਦੀਆਂ ਹੁੰਦੀਆਂ, ਲੋਕ ਅੰਦਰ ਆਉਂਦੇ ਰਹਿੰਦੇ ਆ, ਜਾਂਦੇ ਰਹਿੰਦੇ ਆ। ਇਹ ਕੰਟੀਨਿਊਸ ਫੈਨੋਮੈਨਾ ਹੈ ਕਿ ਜੇ ਸਰਕਾਰ ਚਾਹੇ, ਅੰਗਰੇਜ਼ਾਂ ਵੇਲੇ ਹੁੰਦਾ ਰਿਹਾ ਕਿ ਜਨਰਲ ਐਮਨੈਸਟੀ ਦਿੱਤੀ, ਛੱਡਤਾ ਸਾਰਿਆਂ ਨੂੰ, ਕਿ ਇਹਨਾਂ ਨੂੰ ਐਮਨੈਸਟੀ ਦਿੱਤੀ ਜਾ ਸਕਦੀ ਹੈ। ਐਮਨੈਸਟੀ ਨਾ ਕਹੋ, ਸਰਕਾਰ ਜੇ ਛੱਡਣਾ ਚਾਹੇ ਛੱਡ ਸਕਦੀ ਹੈ, ਸਜ਼ਾ ਪੂਰੀ ਹੋਣ ਦੀ ਗੱਲ ਨਹੀਂ। ਲੇਕਿਨ ਹੁਣ ਜਿਹੜੀ ਮੋਰਚੇ ਦੀ ਗੱਲ ਆਪਾਂ ਕਰ ਰਹੇ ਸੀਗੇ, ਮੋਰਚੇ ਦੀ ਮਾਸ ਸਪੋਰਟ ਨਹੀਂ ਹੈ ਇਸ ਵੇਲੇ, ਇਹ ਸਭ ਦੇ ਸਾਹਮਣੇ ਹੈ। ਇਹ ਰਾਦਰ ਇਹਦਾ ਇੱਕ ਨੈਗੇਟਿਵ ਇੰਪ੍ਰੈਸ਼ਨ ਜਾ ਰਿਹਾ। ਜਿਹੜੇ ਕਿਸਾਨ ਸਟਰਗਲ ਸੀ ਉਹਦੇ 'ਚ ਵੀ ਇੱਕ ਸਟੇਜ ਤੇ ਸ਼ੁਰੂ ਦੇ ਵਿੱਚ ਨੈਗੇਟਿਵ ਇੰਪ੍ਰੈਸ਼ਨ ਆਇਆ ਸੀ, ਲੇਕਿਨ ਉਹ ਐਸੀ ਵੱਡੀ ਮੂਵਮੈਂਟ ਬਣੀ, ਸਾਰੇ ਹਿੰਦੁਸਤਾਨ ਦੀ ਪਾਰਟਿਸਿਪੇਸ਼ਨ, ਆਮ ਲੋਕਾਂ ਨੇ ਉਹਦੇ 'ਚ ਪਾਰਟਿਸਿਪੇਟ ਕੀਤਾ ਸੀ। ਉਹਦੇ ਅਗੇਂਸਟ ਇੱਥੇ ਤਾਂ ਹੈ ਹੀ ਕੁਝ ਨਹੀਂ ਇਸ ਵੇਲੇ। ਉਹ ਟੈਂਟ ਲੱਗੇ ਹੋਏ ਆ, ਸੜਕ ਬੰਦ ਕੀਤੀ ਹੋਈ ਹੈ ਤੇ ਮਾਸ ਸਪੋਰਟ ਕੋਈ ਨਹੀਂ। ਸੋ ਇਹ ਜਿਹੜੇ ਆਰਗੇਨਾਈਜ਼ਰਸ ਹੈਗੇ ਆ, ਇਹਨਾਂ ਨੂੰ ਰੀਥਿੰਕ ਕਰਨਾ ਚਾਹੀਦਾ। ਸਰਕਾਰ ਨਾਲ ਗੱਲ ਕੋਈ ਨਹੀਂ ਚੱਲ ਰਹੀ ਇਹਨਾਂ ਦੀ, ਬਈ ਘੱਟੋ ਘੱਟ ਲੋਕਾਂ ਨੂੰ ਕੌਨਫੀਡੈਂਸ ਲੈ ਕੇ ਦੱਸੋ ਵੀ ਕੀ ਪ੍ਰੋਗਰੈਸ ਹੈ, ਤੁਸੀਂ ਇੱਕ ਮੇਨ ਸੜਕ ਕਿਉਂ ਬਲਾਕ ਕੀਤੀ ਹੋਈ ਹੈ, ਤੁਹਾਡੇ ਕੋਲ ਮਾਸ ਸਪੋਰਟ ਵੀ ਹੈ ਨਹੀਂ ਗੀ। ਸੋ ਰੀਥਿੰਕ ਹੋਣਾ ਚਾਹੀਦਾ। ਇਹ ਤਾਂ ਸਿੱਖ ਲੀਡਰਸ਼ਿਪ ਨੂੰ ਇਸ਼ੂ ਇਹੋ ਜਿਹਾ ਟੇਕ ਅਪ ਕਰਨੇ ਚਾਹੀਦੇ। ਮੈਨੂੰ ਲੱਗਦਾ ਸਰਦਾਰ ਹਰਮੀਤ ਸਿੰਘ ਜੀ, ਅੱਜ ਦਾ ਦਿਨ ਕਾਂਗਰਸ ਲਈ ਕਾਫੀ ਅਹਿਮ ਰਿਹਾ। ਮੈਂ ਸਮਝਣਾ ਚਾਹੂੰਗਾ ਤੁਹਾਡੇ ਤੋਂ ਕਿ ਜਿਹੜੀ ਰਿਵਿਊ ਪਟੀਸ਼ਨ ਸੀ ਰਾਹੁਲ ਗਾਂਧੀ ਦੀ ਅਹਿਮਦਾਬਾਦ ਕੋਰਟ 'ਚ, ਉਹਦੇ ਖਾਰਜ ਹੋਣ ਤੋਂ ਬਾਅਦ ਸਿਚੁਏਸ਼ਨ ਨੂੰ ਇੱਕ ਵਾਰੀ ਜ਼ਰਾ ਸਮਝਾਇਓ। ਇਹ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਪ੍ਰਦਰਸ਼ਨ ਹੋ ਰਹੇ, ਇਹਦਾ ਕੀ ਸੰਬੰਧ ਹੈ ਇਸ ਕੋਰਟ ਦੇ ਫੈਸਲੇ ਨਾਲ? ਇਹਨੂੰ ਪੋਲੀਟੀਕਲੀ ਜਿਸ ਤਰੀਕੇ ਨਾਲ ਉਹ ਅੱਗੇ ਵਧਾ ਰਹੇ ਨੇ, ਔਰ ਇਸ ਤੋਂ ਬਾਅਦ ਸੁਪਰੀਮ ਕੋਰਟ ਦੀ ਇੱਕ ਆਪਸ਼ਨ ਹੈਗੀ ਆ, ਕੀ ਰਾਹੁਲ ਗਾਂਧੀ ਦੀ ਗ੍ਰਿਫਤਾਰੀ ਦੀ ਸੰਭਾਵਨਾ ਵੀ ਹੋ ਸਕਦੀ ਹੈ? ਚੀਜ਼ਾਂ ਕਿਸ ਦਿਸ਼ਾ ਵਿੱਚ ਜਾ ਰਹੀਆਂ? ਟੋਟਲ ਇਹਦਾ ਸਿਆਸੀਕਰਨ ਹੈ ਹੀ ਸਿਆਸੀ ਮਾਮਲਾ ਸੀ ਬਹੁਤ, ਜਿਵੇਂ ਕਾਲ ਦੇ ਵਿੱਚ ਉਹਨੂੰ ਉਹਨਾਂ ਦੀ ਸੀਟ ਤੋਂ, ਔਰ ਉਸ ਤੋਂ ਬਾਅਦ ਉਹ ਖਾਲੀ ਘੋਸ਼ਿਤ ਕਰਤੀ ਗਈ, ਉਹਨਾਂ ਦਾ ਬੰਗਲਾ ਖਾਲੀ ਕਰਾ ਲਿਆ ਗਿਆ। ਉਹ ਸਾਰੀਆਂ ਚੀਜ਼ਾਂ ਇੰਨੀ ਤੇਜ਼ੀ ਨਾਲ ਵਾਪਰੀਆਂ ਜਿਹੜੀਆਂ ਸਿਆਸਤਦਾਨਾਂ ਦੇ ਮਾਮਲੇ 'ਚ ਆਮ ਤੌਰ ਤੇ ਵਾਪਰਦੀਆਂ ਨਹੀਂ। ਟੋਟਲ ਸਿਆਸੀਕਰਨ ਹੈ, ਪਰ ਹੁਣ ਕੋਰਟ ਦੇ ਫੈਸਲੇ ਦਾ ਸਿਆਸੀਕਰਨ ਹੋ ਰਿਹਾ, ਕਿਵੇਂ ਲਈਏ? ਅਸਲ ਦੇ ਵਿੱਚ ਇਹ ਤਾਂ ਹੈਗਾ ਹੀ ਹੈ ਕਿ ਜਿਹੜੇ ਜਿਹੋ ਜਿਹੇ ਕੇਸ 'ਚ ਸਜ਼ਾ ਹੋਈ ਸੀ, ਮਤਲਬ ਜਿਸ ਲੈਵਲ ਦਾ ਕੇਸ ਸੀਗਾ, ਵੀ ਉਹਦੇ 'ਚ ਉਹਨਾਂ ਸਜ਼ਾ ਜੋ ਟੈਕਨੀਕਲੀ ਉਨੀ ਉਹਦੇ 'ਚ ਆ ਗਈ ਹੈ, ਤੇ ਉਹਨੂੰ ਫਟਾਫਟ ਫਿਰ ਸਾਰੇ ਉਹਦੇ ਵਿੱਚ ਹੀ ਸਾਰਾ ਕੁਝ ਇੰਪਲੀਮੈਂਟ ਕਰ ਦੋ। ਜਿਹੜੇ ਦੇਸ਼ 'ਚ ਮਤਲਬ 6-6 ਮਹੀਨੇ ਉਹੀ MLA MP ਨਾ ਰਹਿੰਦੇ ਹੋਏ ਵੀ ਕੋਠੀਆਂ ਦੱਬੀ ਰੱਖਦੇ ਨੇ ਬੰਦੇ, 6-6 ਮਹੀਨੇ ਤਾਂ ਕੋਈ ਨਹੀਂ ਪਹੁੰਚਦਾ, ਕਈ ਤਾਂ ਸਾਲਾਂ ਤੱਕ ਵੀ ਕੱਢ ਜਾਂਦੇ ਨੇ ਇਸ ਸਾਰੇ ਮਾਮਲੇ 'ਚ। ਉੱਥੇ ਕੋਈ ਟਾਰਗੇਟਡ ਪੋਜੀਸ਼ਨ ਤੋਂ ਬਿਨਾਂ ਤਾਂ ਨਹੀਂ ਇਹ ਸੰਭਵ ਹੁੰਦਾ ਕਿ ਇਸ ਤਰੀਕੇ ਦੀਆਂ ਗੱਲਾਂ ਨੇ। ਨਹੀਂ ਤਾਂ ਨਾਰਮਲੀ ਕੈਜੂਅਲੀ ਲੈਂਦੀਆਂ ਨੇ ਸਰਕਾਰਾਂ ਡੈਮੋਕ੍ਰੇਟਿਕ ਕੰਟਰੀ ਵੀ, ਚਲੋ ਕੋਰਟ ਤੱਕ ਦਾ ਦੇਖ ਲੈਂਦੇ ਆ, ਸਾਰੇ ਪਿਛਲੇ ਲੰਘ ਜਾਣ ਦੇ, ਉਦੋਂ ਬਾਅਦ ਕਰ ਲਾਂਗੇ ਕੰਮ ਜੋ ਵੀ ਕਰਨਾ। ਤੇ ਅਜੇ ਅਪੀਲਾਂ ਚੱਲ ਰਹੀਆਂ ਨੇ ਜਾਂ ਚਾਹੇ ਸਟੇ ਨਹੀਂ ਵੀ ਹੋਈ। ਔਰ ਹੁਣ ਹਾਈ ਕੋਰਟ ਤੱਕ ਇਹ ਚਲਾ ਗਿਆ ਸਾਰੇ ਸਟੈਪ। ਲਾਸਟ ਜਾਂ ਤਾਂ ਇੱਥੇ ਰਿਵਿਊ ਪਟੀਸ਼ਨ ਰਹਿੰਦੀ ਹੈ ਜਿਹੜੀ ਡਬਲ ਬੈਂਚ ਦੇ ਪਏ, ਜਾਂ ਫਿਰ ਸੁਪਰੀਮ ਕੋਰਟ। ਸੋ ਰਾਹੁਲ ਗਾਂਧੀ ਦੇ ਨਾਲ ਦੇ ਜਿਹੜੇ ਬੰਦੇ, ਇਵਨ ਪ੍ਰਤਾਪ ਸਿੰਘ ਬਾਜਵਾ ਨੇ ਵੀ, ਹੋਰਾਂ ਨੇ ਵੀ, ਸਭ ਨੇ ਕਿਹਾ ਇਹ ਹੈ ਕਿ ਕਾਂਗਰਸ ਸੁਪਰੀਮ ਕੋਰਟ ਜਾਏਗੀ ਇਸ ਮੁੱਦੇ ਤੇ ਸੁਪਰੀਮ ਕੋਰਟ ਦੇ ਵੀ ਇਹ ਵੀ ਦੇਖਿਆ ਗਿਆ ਕਿ ਜਿਹੜੇ VIP ਬੰਦੇ ਨੇ ਇਸ ਲੈਵਲ ਦੇ, ਤੇ ਜਿਹੜੇ ਇਹੋ ਜਿਹੇ ਕੇਸਾਂ ਦੇ ਵਿੱਚ ਨਾ ਡੇਟਾ ਬਹੁਤੀਆਂ ਲੰਮੀਆਂ ਨਹੀਂ ਪੈਂਦੀਆਂ ਹੁੰਦੀਆਂ, ਤੇ ਲੰਮੀਆਂ ਪੈ ਰਹੀਆਂ ਨੇ ਬਥੇਰੀਆਂ ਡੇਟਾ। ਹਰੇਕ ਕੋਰਟ ਦੀ ਡੇਟ ਨਾ ਗਾਹਾਂ ਪੈਂਦੀ ਆ ਅਗਸਤ 'ਚ, ਕਿਸੇ ਦੀ ਕਿਤੇ, ਕਦੇ ਕਿਸੇ ਦੀ ਕਿਤੇ, ਕਿਸੇ ਦੀ ਕਿਤੇ, ਤਾਂ ਕਿ ਉਹ ਟਾਈਮ ਉਸ ਲੈਵਲ ਦੇ ਗੁਜ਼ਰ ਜਾਂਦਾ। ਮਾਮਲਾ ਬਿਨਾਂ ਸ਼ੱਕ ਚਾਹੇ ਉਹ ED ਹੁੰਦੀ ਹੈ, CBI ਹੁੰਦੀ ਹੈ, ਵੱਖ-ਵੱਖ ਮਾਮਲੇ ਹੁੰਦੇ ਨੇ। ਸਾਡੇ ਦੇਸ਼ ਦੇ ਵਿੱਚ ਇੱਕ ਇਹੋ ਜਿਹਾ ਮਾਹੌਲ ਜਿਹਾ ਹੀ ਬਣ ਗਿਆ ਕਿ ਉਹਨੂੰ ਸੱਤਾ ਨੇ ਵਰਤਣਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪੋਜੀਸ਼ਨ ਦੇ ਖਿਲਾਫ। ਔਰ ਪਹਿਲਾਂ ਪੱਪੂ ਟਾਈਪ ਦਾ ਪੈਟਰਨ ਚੱਲਦਾ ਸੀ, ਹੁਣ ਮੇਰੇ ਖਿਆਲ ਭਾਰਤ ਜੋੜੋ ਯਾਤਰਾ ਤੋਂ ਬਾਅਦ ਉਹ ਲੈਵਲ ਜਾਂ ਲੈ ਗਿਆ ਲੱਗਦਾ ਹੈ। ਮਤਲਬ ਹੁਣ ਥੋੜਾ ਜਿਹਾ ਹੋਰ ਤਰੀਕੇ ਦੀ ਇੱਕ ਗੱਲ ਪੋਲਿਟਿਕਸ ਦੇ ਵਿੱਚ ਦਿਖਾਈ ਦਿੰਦੀ ਹੈ ਕਿ ਉਹ ਜਿਹੜੇ ਮੁੱਦੇ ਵੀ ਉਠਾ ਰਿਹਾ ਤੇ ਬਾਕੀ ਗੱਲਾਂ ਵੀ ਨੇ ਕੰਪੈਰੇਟਿਵਲੀ ਫਰਕ ਦਿਖਾਈ
दिंदा है। नफरत जी। के शोरूम के मुकाबले मोहब्बत की दुकान खोलनी है, ਜਾਂ ਦੋ ਦੋਸਤਾਂ ਦੇ ਘਰ ਭਰਨ ਦੀ ਬਜਾਏ ਗਰੀਬਾਂ ਦਾ ਰੁਜ਼ਗਾਰ ਦੇ ਕੁਐਸਚਨ ਨੇ, ਇੱਕ ਬੈਨਰ ਹੀ ਬਣ ਰਹੀ ਹੈ ਕਿ ਆਈਡੀਓਲੋਜੀਕਲ ਗੱਲ ਹੈ। ਹੁਣ ਸੁਪਰੀਮ ਕੋਰਟ ਹੈ, ਅਜੇ ਇਮੀਡੀਏਟ ਗ੍ਰਿਫਤਾਰੀ ਵਾਲੀ ਗੱਲ ਤਾਂ ਨਹੀਂ ਲੱਗਦੀ। ਸੁਪਰੀਮ ਕੋਰਟ ਅਜੇ ਪਿਆ, ਸੁਪਰੀਮ ਕੋਰਟ ਤੋਂ ਵੀ ਕੀ ਮਿਲਦਾ ਜੇ ਮਤਲਬ ਸਟੇ ਹੋ ਜਾਂਦੀ ਹੈ ਜਾਂ ਰੱਦ ਹੁੰਦੀ ਹੈ, ਕੀ ਹੁੰਦਾ ਤਾਂ ਉਦੋਂ ਬਾਅਦ ਦੇ ਕੁਐਸਚਨ ਨੇ, ਮੁਕੱਦਮਾ ਚੱਲੂ। ਪਰ ਉੱਥੇ ਦੇ ਜੱਜਮੈਂਟ ਮੇਰਾ ਖਿਆਲ ਹੈ ਇਹ ਫੈਸਲਾ ਕਰੂਗੀ ਕਿ ਰਾਹੁਲ ਗਾਂਧੀ ਨੇ ਅਰੈਸਟ ਕਰਨਾ ਜਾਂ ਨਹੀਂ, ਅਰੈਸਟ ਕਰਨਾ ਜਾਂ ਨਹੀਂ। ਦੂਜਾ ਇਸ ਗੱਲ ਤੇ ਵੀ ਨਿਰਭਰ ਕਰਦਾ ਹੈ ਕਿ ਸੱਤਾਧਾਰੀ ਧਿਰ ਨੂੰ ਇਹ ਸੋਚ ਕੇ ਕਿ ਉਹਨੇ ਅਰੈਸਟ ਕਰਕੇ ਉਹਨੂੰ ਫਾਇਦਾ ਲੱਗਦਾ ਕਿ ਜਾਂ ਬਿਨਾਂ ਅਰੈਸਟ ਕੀਤੇ ਫਾਇਦਾ ਲੱਗਦਾ, ਇਹ ਫੈਸਲਾ ਫਿਰ ਪੋਲੀਟੀਕਲ ਮਾਈਂਡ ਦੇ ਨਾਲ ਹੀ ਹੋਣਾ। ਉਦੋਂ ਬਾਅਦ ਵੀ ਕੋਈ ਕੱਲਾ ਲੀਗਲ ਮਾਈਂਡ ਦੇ ਨਾਲ ਉਸ ਲੈਵਲ ਤੇ ਨਹੀਂ, ਕਿਉਂਕਿ ਉਹਦੀ ਵਿਆਖਿਆ ਹੀ ਬਦਲ ਦਿੰਦਾ ਪੋਲੀਟੀਸ਼ੀਅਨ ਵੀ ਕੋਈ ਗੱਲ ਨਹੀਂ, ਠੀਕ ਹੈ ਜੀ, ਸਾਡੀ ਤਾਂ ਡੈਮੋਕ੍ਰੈਟਿਕ ਸਰਕਾਰ ਹੈ, ਅਸੀਂ ਫਿਰਨ ਦਿੰਦੇ ਹਾਂ, ਮੁਕੱਦਮਾ ਚੱਲੂਗਾ, ਕੋਰਟ ਤੇ ਦੇਖਦੇ ਹਾਂ। ਜੇ ਫੜਨਾ ਹੋਵੇ ਉਹ ਕਹਿਣਗੇ ਜੀ ਕੋਰਟ ਦਾ ਲਾ ਹੈ, ਹੁਣ ਜਦੋਂ ਤੁਸੀਂ ਉੱਥੋਂ ਆ ਗਏ ਤਾਂ ਫੜਨਾ, ਹਿਰਾਸਤੀ ਪੁੱਛਗਿੱਛ ਜ਼ਰੂਰੀ ਹੈ, ਲੈਣਾ ਹੀ ਸੀ ਹਿਰਾਸਤ ਦੇ ਵਿੱਚ। ਇਹ ਤਾਂ ਜਿੱਧਰ ਨੂੰ ਮਰਜ਼ੀ ਵਿਆਖਿਆ ਦਾ ਕੁਐਸਚਨ ਹੈ, ਔਰ ਇਮੀਡੀਏਟ ਤਾਂ ਨਹੀਂ ਲੱਗਦਾ। ਠੀਕ ਹੈ, ਸੁਪਰੀਮ ਕੋਰਟ ਤੱਕ ਜਾਊਗਾ, ਕਦੋਂ ਡੇਟ ਲੱਗਦੀ ਹੈ ਕਦੋਂ ਨਹੀਂ ਲੱਗਦੀ, ਪਰ ਇਹ ਮੁੱਦਾ ਹੈ। ਔਰ ਇੱਕ ਗੱਲ ਚੰਗੀ ਹੈ ਮੇਰੇ ਖਿਆਲ ਹੈ, ਰਾਹੁਲ ਗਾਂਧੀ ਨੇ ਇਸੇ ਨੂੰ ਨੰਬਰ 1 ਮੁੱਦਾ ਨਹੀਂ ਬਣਾਇਆ। ਜਿਹੜਾ ਮੁੱਦਾ ਜਿਹੜਾ ਆ ਦੂਜਾ ਹੁਣ ਪ੍ਰੋਸੈਸ ਚੱਲ ਰਿਹਾ, 17-18 ਤਰੀਕ ਨੂੰ ਮੀਟਿੰਗ ਹੋ ਰਹੀ ਹੈ ਬੰਗਲੁਰੂ ਦੇ ਵਿੱਚ ਦੁਬਾਰਾ, ਜਿਹੜੀ ਨੌਨ ਪਾਰਟੀ ਬੀਜੇਪੀ ਪਾਰਟੀਆਂ ਦੇ, ਉੱਥੇ ਕਿੰਨਾ ਜ਼ੋਰ ਲਾਉਂਦੇ ਨੇ ਆਪਣੇ ਏਜੰਡੇ ਤੇ, ਡਿਫਰੈਂਟ ਧਿਰਾਂ ਨੂੰ ਨਾਲ ਰੱਖਣ ਤੇ। ਜਿਵੇਂ ਬੀਜੇਪੀ ਨੇ ਮਹਾਰਾਸ਼ਟਰ ਦੇ ਵਿੱਚ ਤੋੜਨ ਤੇ ਲਾਇਆ ਜਾਂ ਵੱਖ-ਵੱਖ ਥਾਵਾਂ ਤੇ, ਇਹ ਏਕਾ ਰੱਖਣ ਤੇ ਕਿੰਨਾ ਜ਼ੋਰ ਲਾਉਂਦੇ ਨੇ। ਜ਼ਿਆਦਾ ਜ਼ੋਰ ਜਮਾਈ ਉੱਥੇ ਹੋਏਗੀ ਕੱਲੀ ਇੱਕ ਸੀਟ ਦੇ ਵਿੱਚ। ਜੀ ਹਾਂ, ਤੁਸੀਂ ਇੱਕ ਲਫ਼ਜ਼ ਬੋਲਿਆ ਸੀ ਹਿਰਾਸਤੀ ਪੁੱਛਗਿੱਛ, ਮੈਨੂੰ ਲੱਗਦਾ ਇਹਦੇ ਵਿੱਚ ਸਿਰਫ ਹੁਣ ਸਜ਼ਾ ਹੀ ਹੋਊਗੀ, ਪੁੱਛਗਿੱਛ ਤਾਂ ਇਹਦੇ ਵਿੱਚ ਸ਼ਾਇਦ ਨਹੀਂ। ਉਹ ਤੋਂ ਜ਼ੁਬਾਨ ਤੋਂ ਨਿਕਲਿਆ ਤੁਹਾਡੇ ਲਫ਼ਜ਼। ਮੈਂ ਸਰਦਾਰ ਜਗਤਾਰ ਸਿੰਘ ਜੀ ਇਹ ਸਮਝਣਾ ਚਾਹੁੰਦਾ ਹੈ ਕਿ ਇੱਕ ਭਾਈਚਾਰੇ ਦੇ ਖਿਲਾਫ ਇੱਕ ਸਰਨੇਮ ਮੋਦੀ, ਉਹਦੇ ਖਿਲਾਫ ਇੱਕ ਬਿਆਨ ਇੰਨਾ ਭਾਰੀ ਪੈ ਗਿਆ, ਹੱਦ ਤੱਕ ਹੋ ਗਈ, ਉਸ ਤੋਂ ਬਾਅਦ ਉਸ ਡੈਫਾਮੇਸ਼ਨ ਚੋਂ ਸਜ਼ਾ ਨਿਕਲ ਆਉਂਦੀ ਹੈ। ਇੱਥੇ ਰਾਹੁਲ ਗਾਂਧੀ ਨੂੰ ਫਾਇਦਾ ਹੋ ਰਿਹਾ। ਰਾਹੁਲ ਗਾਂਧੀ ਨੂੰ ਇਸ ਸਥਿਤੀ ਦੇ ਵਿੱਚ ਕਿਵੇਂ ਦੇਖ ਰਹੇ ਹੋ, ਕਾਂਗਰਸ ਪਾਰਟੀ ਦੇ ਨਜ਼ਰੀਏ ਤੋਂ, ਦੇਸ਼ ਦੇ ਨਜ਼ਰੀਏ ਤੋਂ? ਦੇਖੋ, ਲੋਅਰ ਕੋਰਟ ਨੇ ਫੈਸਲਾ ਬੜੀ ਤੇਜ਼ੀ ਨਾਲ ਕੀਤਾ ਸੀ। ਵਿੱਚੋਂ ਕਾਫੀ ਦੇਰ ਇਹ ਮੁਕੱਦਮਾ ਫਾਈਲ ਰਿਹਾ, ਉਹ ਮੈਨੂੰ ਟੈਕਨੀਕਲਿਟੀ ਭੁੱਲ ਗਈ ਹੁਣ, ਸ਼ਾਇਦ ਦੁਬਾਰਾ ਕੋਈ ਅਪੀਲ ਹੋਈ ਸੀ ਰੀਟਰਾਇਲ ਟਰਾਈ ਕਰਨ ਦੀ, ਕੀ ਹੋਇਆ ਸੀਗਾ। ਤਾਂ ਜਦੋਂ ਟਰਾਇਲ ਸ਼ੁਰੂ ਹੋਇਆ ਨਾ, ਤਾਂ ਕੁਝ ਦਿਨਾਂ ਦੇ ਵਿੱਚ ਹੀ ਜੱਜ ਸਾਹਿਬ ਨੇ ਆਪਦੀ ਜੱਜਮੈਂਟ ਸੁਣਾਤੀ ਸੀਗੀ। ਸੋ ਬੜੀ ਤੇਜ਼ੀ ਨਾਲ, ਕੁਇਕ, ਔਰ ਜੱਜਮੈਂਟ ਵੀ ਇਸ ਅਫੈਂਸ ਦੇ ਵਿੱਚ ਜਿਹੜੀ ਮੈਕਸਿਮਮ ਹੁੰਦੀ ਹੈ ਉਹ ਦਿੱਤੀ ਹੈ। ਨਹੀਂ ਤਾਂ ਨਾਰਮਲੀ 6 ਮਹੀਨੇ ਵੀ ਦਿੱਤੀ ਜਾ ਸਕਦੀ ਸੀ, 2 ਸਾਲ ਇਹਦੇ 'ਚ ਮੈਕਸਿਮਮ ਪਨਿਸ਼ਮੈਂਟ ਹੈਗੀ ਹੈ। ਸੋ ਜੱਜ ਸਾਹਿਬ ਨੇ ਤਾਂ ਟੁੱਟ ਕੇ ਮੈਕਸਿਮਮ ਪਨਿਸ਼ਮੈਂਟ ਦਿੱਤੀ ਹੈ। ਸੋ ਉੱਥੇ ਹਾਈ ਕੋਰਟ ਤੱਕ ਨਾਰਮਲੀ ਰਿਲੀਫ ਕਈ ਵਾਰੀ ਨਹੀਂ ਮਿਲਿਆ ਕਰਦਾ। ਚਲੋ ਆਪਾਂ ਜੁਡੀਸ਼ਰੀ ਬਾਰੇ ਕੋਈ ਮੈਟਰ ਨਹੀਂ ਕਰਦੇ, ਉਹ ਵੱਖਰਾ ਇਸ਼ੂ ਹੈਗਾ। ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਰਾਹੁਲ ਗਾਂਧੀ ਨੂੰ ਇਹ ਸਜ਼ਾ ਰਾਸ ਆ ਗਈ ਸਿਆਸੀ ਲੈਵਲ ਤੇ। ਉਹਨਾਂ ਨੇ ਉਸ ਤੋਂ ਬਾਅਦ ਆਪਣੀ ਸਾਰੀ ਸਿਆਸਤ ਬਦਲ ਲਈ। ਜਿਹੜਾ ਇਹ ਇਲਜ਼ਾਮ ਲੱਗਦਾ ਸੀਗਾ ਕਿ ਇਹ PM ਦੇ ਕੈਂਡੀਡੇਟ ਜੀ, ਇਹ ਜੀ ਉਹ ਜੀ, ਉਹਦੇ ਚੋਂ ਸਾਰੇ ਗੱਲ ਤੋਂ ਨਿਕਲ ਗਏ। ਉਹ ਕਹਿੰਦੇ ਵੀ ਮੈਂ ਤਾਂ ਵੈਸੇ ਹੀ ਕੁਆਲੀਫਾਈ ਨਹੀਂ ਅਗਲੀ ਇਲੈਕਸ਼ਨ ਲੜਾ ਜਾਂ ਨਾ ਲੜਾ। ਸੋ ਉਹਨਾਂ ਨੇ ਆਪਣੀ ਸਿਆਸਤ ਦਾ ਤੌਰ ਤਰੀਕਾ ਬਦਲ ਲਿਆ। ਉਹ ਪਾਰਟੀ ਨੂੰ ਆਰਗੇਨਾਈਜ਼ ਕਰਨ ਤੇ ਲੱਗ ਪਏ ਤੇ ਆਪਣਾ ਰੋਲ ਉਹਦੇ 'ਚ ਉਹਨਾਂ ਨੇ ਡਿਫਰੈਂਟ ਲੈ ਲਿਆ, ਤੇ ਉਹ ਰੋਲ ਉਹਨਾਂ ਨੂੰ ਰਾਸ ਆਇਆ। ਭਾਰਤ ਜੋੜੋ ਯਾਤਰਾ ਤੋਂ ਬਾਅਦ ਜਿਹੜੀ ਇੱਕ ਮੈਚੁਰਿਟੀ ਉਹਦੇ ਚਿਹਰੇ ਤੇ ਦੇਖੀ ਜਾ ਸਕਦੀ ਹੈ, ਉਹਦੀ ਸਿਆਸਤ ਵਿੱਚ ਦੇਖੀ ਜਾ ਸਕਦੀ ਹੈ, ਉਹ ਸਾਹਮਣੇ। ਸੋ ਇਸ ਕਰਕੇ ਇਹ ਜਿਹੜਾ ਫਿਨਾਮਨਾ ਸਾਰਾ ਹੈਗਾ, ਸੁਪਰੀਮ ਕੋਰਟ ਦੇ ਵਿੱਚ ਜਾ ਕੇ ਨਾਰਮਲੀ ਰਿਲੀਫ ਮਿਲ ਜਾਇਆ ਕਰਦਾ, ਚਲੋ ਗੱਲ ਵੱਖਰੀ ਹੈਗੀ ਹੈ। ਲੇਕਿਨ ਆਪਾਂ ਸਿਆਸਤ ਦੀ ਗੱਲ ਕਰ ਰਹੇ ਹਾਂ। ਸਿਆਸਤ ਫਿਲਹਾਲ ਇਸ ਮਾਮਲੇ ਤੇ ਰਾਹੁਲ ਗਾਂਧੀ ਨੂੰ ਰਾਸ ਆਈ ਵੀ ਹੈ ਤੇ ਕਾਂਗਰਸ ਨੂੰ ਵੀ ਰਾਸ ਆਈ ਵੀ ਹੈ। ਜਿਹੜਾ ਵਿਕਟਿਮਹੁੱਡ ਦਾ ਕਾਰਡ ਹੈ ਨਾ, ਇਹ ਹਿੰਦੁਸਤਾਨ 'ਚ ਚੱਲ ਜਾਂਦਾ ਹੈ ਚੰਗੀ ਤਰ੍ਹਾਂ। ਸੋ ਇਹ ਵਿਕਟਿਮਹੁੱਡ ਦਾ ਕਾਰਡ ਭਾਵੇਂ ਉਹ ਪਲੇ ਨਹੀਂ ਕਰ ਰਹੇ, ਲੇਕਿਨ ਇੱਕ ਮਾਹੌਲ ਬਣ ਜਾਂਦਾ ਹੈ ਜਿਹਦੇ ਵਿੱਚ ਰਾਹੁਲ ਗਾਂਧੀ ਅੱਜ ਦੀ ਡੇਟ ਦੇ ਵਿੱਚ ਵਿਕਟਿਮ ਹੈ ਔਰ ਇਹ ਉਹਦੇ ਹੱਕ ਦੇ ਵਿੱਚ ਜਾਂਦੀ ਹੈ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ ਜੀ, ਸ਼ੁਕਰੀਆ ਜੀ।